ਨੰਦਨਾ ਸਿਮਰੋ ਅੰਗਦ ਦੋਖ ਨੀਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ, ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਵੰਦੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਜਿਨ ਸੇਵਾ ਕਰ ਪੀ ਤੁਝੀ ਮਾਹੀ, ਸੋ ਕਿਆ ਇਮ ਕਰ ਸਕ ਹੈ ਨਾਹੀ। ਇਸ ਪ੍ਰਕਾਰ ਕੀ ਸੁਧ ਨ ਜਾਨੀ, ਮੈਂ ਕਰ ਦੇਹੋ ਕਰਤ ਬਖਾਨੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ, ਸਰਵ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋਏ ਗੁਰੂ ਸਵਾਰੇ, ਗੁਰੂ ਪਿਆਰੇ ਸਤਸੰਗੀ ਜਨੋ, ਆਓ ਮਹਾਰਾਜ ਜੀ ਕੀ ਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਇਹਨਾਂ ਪਾਵਨ ਸਥਾਨਾਂ 'ਤੇ ਆਪ ਸੰਗਤ ਰੋਜ਼ਾਨਾ ਪਿਆਰ ਅਦਬ ਭਾਵਨਾ ਸਹਿਤ ਸਰਵਣ ਕਰਦੇ ਹੋ ਚੱਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ, ਗੁਰੂ ਸਾਖੀਆਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਨੂੰ ਪਵਿੱਤਰ ਕਰੀਏ, ਗੁਰਫਤਿਹ ਨਾਲ ਸਾਂਝ ਪਾਉਣੀ ਫਤਿਹ ਪਰਵਾਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਇੱਕ ਸਿੱਖ ਨੂੰ ਆਪਣੇ ਪਾਵਨ ਮੁਖ ਤੋਂ ਅਗੰਮੀ ਗਿਆਨ ਬਖਸ਼ਿਸ਼ ਕੀਤਾ। ਜਿਸ ਵਕਤ ਮਹਾਰਾਜ ਜੀ ਕੇ ਛਕੇ ਹੋਏ ਪ੍ਰਸ਼ਾਦੇ ਦਾ ਕਿਨਕਾ ਉਸ ਦੇ ਮੁਖ ਲੱਗਾ ਤੇ ਉਸ ਨੂੰ ਅਜਮਤੀ ਤਾਕਤਾਂ ਮਿਲ ਗਈਆਂ। ਮਹਾਰਾਜ ਜੀ ਕੇ ਹੀ ਸਨਮੁਖ ਹੋ ਕੇ ਕਹਿਣ ਲੱਗਾ ਕਿ ਜੇਕਰ ਆਪ ਆਗਿਆ ਦੇਵੋ ਤੇ ਮੈਂ ਇਹਨਾਂ ਤੁਰਕਾਂ ਨੂੰ ਖਤਮ ਕਰ ਸਕਦਾ, ਇਹਨਾਂ ਦੇ ਰਾਜ ਤੇਜ ਦਾ ਨਾਸ ਕਰ ਸਕਦਾ। ਮਹਾਰਾਜ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਪਕੜਿਆ, ਐਸੀ ਖੇਡ ਵਰਤਾਈ ਕਿ ਉਹ ਸਾਰੀਆਂ ਤਾਕਤਾਂ ਵਾਪਸ ਖਿੱਚ ਲਈਆਂ। ਹਿਰਦੇ ਤੋਂ ਸਖਣਾ ਹੋ ਗਿਆ। ਫਿਰ ਮਹਾਰਾਜ ਜੀ ਕੇ ਚਰਨੀ ਟੈਕ ਕਰਕੇ ਜੋ ਬੋਲਿਆ ਉਸ ਦੀ ਖਿਮਾ ਜਾਚਨਾ ਕਰਨ ਲੱਗਾ।
ਸੋ ਸਤਿਗੁਰੂ ਜਿਵੇਂ ਫਿਰ ਉਸ ਨੂੰ ਸਮਝਾ ਰਹੇ ਸਨ ਕਿ ਕਹਿਣ ਲੱਗੇ, ਭਾਈ ਪੁਰਖਾ, ਇਹ ਜਿਹੜੀਆਂ ਤਾਕਤਾਂ ਨੇ ਇਹ ਇਉਂ ਹਨ ਜਿਵੇਂ ਸਮੁੰਦਰ ਦਾ ਪਾਣੀ ਹੈ ਤੇ ਸਾਨੂੰ ਕਿਨਕਾ ਮਾਤਰ ਪਾਣੀ ਨਸੀਬ ਹੁੰਦਾ ਹੈ। ਜਿਵੇਂ ਸਮੁੰਦਰ ਵਿੱਚੋਂ ਇੱਕ ਦੋ ਬੂੰਦ ਪਾਣੀ ਪ੍ਰਾਪਤ ਹੁੰਦਾ ਤੇ ਅਸੀਂ ਕਈ ਵਾਰ ਸੋਚਦੇ ਹਾਂ ਵੀ ਅਸੀਂ ਬਹੁਤ ਵੱਡੀ ਤਾਕਤ ਦੇ ਮਾਲਕ ਬਣ ਗਏ ਹਾਂ। ਸੋ ਇਹਨਾਂ ਨੂੰ ਪਾ ਕਰਕੇ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਜਿਸ ਦਾਤੇ ਦੀਆਂ ਇਹ ਤਾਕਤਾਂ ਹਨ ਉਹ ਬਹੁਤ ਵੱਡਾ ਹੈ। ਸੋ ਇਸ ਵਿਧ ਮਹਾਰਾਜ ਜੀਆਂ ਨੇ ਫਿਰ ਉਹ ਸਿੱਖ ਨੂੰ ਬੜੇ ਹੀ ਪਿਆਰ ਸਹਿਤ ਸਾਰੀ ਬਾਤ ਸਮਝਾਈ ਹੈ ਜੀ। ਜਿਨ ਸੇਵਾ ਕਰ ਪੀ ਤੁਝ ਹੀ ਮਾਹੀ। ਜਿਨ ਸੇਵਾ ਕਰ ਪੀ ਤੁਝ ਹੀ ਮਾਹੀ, ਕਿ ਭਾਈ ਵੇਖ, ਜਿਸ ਦੀ ਸੇਵਾ ਕਰਕੇ ਇਹ ਤਾਕਤ ਇੰਨੀ ਕੁ ਬਖਸ਼ਿਸ਼ ਤੈਨੂੰ ਪ੍ਰਾਪਤ ਹੋਈ ਹੈ, ਸੋ ਕਿਆ ਇਮ ਕਰ ਸਕ ਹੈ ਨਾਹੀ। ਗੁਰਦੇਵ ਕਹਿਣ ਲੱਗੇ, ਭਾਈ ਪੁਰਖਾ, ਕਿ ਉਹ ਜਿਸ ਦੀ ਸੇਵਾ ਕਰਕੇ ਤੈਨੂੰ ਇਹ ਤਾਕਤ ਪ੍ਰਾਪਤ ਹੋਈ ਹੈ, ਕਿ ਉਹ ਗੁਰੂ ਇਹ ਸਭ ਕੁਝ ਨਹੀਂ ਕਰ ਸਕਦੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸੇਵਾ ਕਰਕੇ ਸਿੱਖ ਨੂੰ ਅਜ਼ਮਤ ਮਿਲੀ ਹੈ, ਤਾਕਤ ਮਿਲੀ ਹੈ, ਤੇ ਸਿੱਖ ਕਹਿ ਰਿਹਾ ਕਿ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੂੰ ਮੈਂ ਖਤਮ ਕਰ ਸਕਦਾ। ਸਿੱਖ ਕਹਿ ਰਿਹਾ, ਤੇ ਜਿਸ ਗੁਰੂ ਦੀ ਸੇਵਾ ਕਰਕੇ ਤਾਕਤ ਮਿਲੀ ਹੈ ਉਸ ਗੁਰੂ ਵਿੱਚ ਕਿੰਨੀ ਕੁ ਅਜ਼ਮਤ ਹੋਵੇਗੀ ਕਿ ਗੁਰੂ ਆਪ ਬਖਸ਼ਿਸ਼ ਕਰਕੇ ਇਹਦਾ ਖਾਤਮਾ ਨਹੀਂ ਕਰ ਸਕਦੇ ਹਨ, ਲੇਕਿਨ ਮਹਾਰਾਜ ਆਪਣੀ ਮੌਜ ਵਿੱਚ ਹੁਕਮ ਵਿੱਚ ਰਹਿੰਦੇ ਹਨ। ਸੋ ਇਸ ਵਿਧ ਮਹਾਰਾਜ ਸਮਝਾ ਰਹੇ ਹਨ, ਇਸ ਪ੍ਰਕਾਰ ਕੀ ਸੁਧ ਨਹਿ ਜਾਣੀ। ਮਹਾਰਾਜ ਕਹਿਣ ਲੱਗੇ, ਭਲੇ ਪੁਰਖਾ, ਤੂੰ ਇਸ ਬਾਤ ਨੂੰ ਨਹੀਂ ਸਮਝਿਆ ਹੈ। ਮੈਂ ਕਰ ਦੈਹੋ ਕਰਤ ਬਖਾਨੀ। ਤੇ ਸਾਡੇ ਪਾਸ ਤੋਂ ਇਹ ਤਾਕਤ ਪ੍ਰਾਪਤ ਕਰਕੇ ਤੇ ਸਾਡੇ ਸਨਮੁਖ ਆ ਕੇ ਬਾਤਾਂ ਕਹਿਣ ਲੱਗਾ ਹੈ ਕਿ ਮੈਂ ਕਰਦਾ ਹੂੰ, ਇਹ ਸਭ ਕੁਝ ਮੈਂ ਕਰ ਸਕਦਾ ਹਾਂ। ਸਤਿਗੁਰ ਕਰੈ ਕ੍ਰਿਤ ਕੋ ਜੈਸੇ। ਮਹਾਰਾਜ ਕਹਿਣ ਲੱਗੇ, ਤੇ ਗੁਰੂ ਦੀ ਮੌਜ ਹੈ। ਮਹਾਰਾਜ ਜਿਵੇਂ ਕਰਦੇ ਹਨ, ਗੁਰੂ ਕੀ ਕਰਨੀ, ਗੁਰੂ ਕੀ ਬਖਸ਼ਿਸ਼ ਹੈ ਜੀ। ਸਿੱਖਿਆ ਨਾ ਤਰਕ ਹੈ ਤਿਸ ਕੋ ਕੈਸੇ। ਤੇ ਮਹਾਰਾਜ ਫਿਰ ਬਖਸ਼ਿਸ਼ ਕਰਕੇ ਮੱਤ ਦੇਣ ਲੱਗੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ ਕਿ ਭਾਈ ਸਿੱਖੋ, ਇਸ ਗੱਲ ਦਾ ਖਿਆਲ ਰੱਖਿਓ, ਕਦੇ ਵੀ ਗੁਰੂ ਦੀ ਜਿਹੜੀ ਅਜ਼ਮਤ ਹੈ ਉਹਦੇ ਤੇ ਸ਼ੰਕਾ ਨਾ ਕਰਿਓ, ਤੇ ਗੁਰੂ ਦੀ ਕਰਨੀ ਤੇ ਤਰਕ ਨਾ ਕਰਿਓ। ਕਿਉਂ? ਕਿਉਂਕਿ ਸਿੱਖ ਨਾ ਤਰਕਾ ਤਿਸ ਕੋ ਕੈਸੇ। ਸਿੱਖ ਨੂੰ ਨਹੀਂ ਚਾਹੀਦਾ ਵੀ ਗੁਰੂ ਦੀ ਕਰਨੀ ਦੇ ਉੱਪਰ ਸ਼ੰਕਾ ਕਰਨਾ ਜਾਂ ਕੋਈ ਤਰਕ ਕਰਨਾ, ਕਿਉਂਕਿ ਇਸ ਦੀ ਇਤਨੀ ਮੱਤ ਨਹੀਂ ਹੈ ਵੀ ਇਹ ਗੁਰਮਤ ਤੋਂ ਵੱਡੀ ਕੋਈ ਬਾਤ ਕਰ ਸਕਦਾ ਹੈ। ਹੋਏ ਪ੍ਰਸੰਨ ਵਰਤੈ ਅਨਸਾਰੀ। ਹਾਂ, ਜਿਹੜਾ ਸਿੱਖ ਹੈ ਉਸ ਨੂੰ ਗੁਰੂ ਦੀ ਰਜ਼ਾ ਵਿੱਚ ਪ੍ਰਸੰਨ ਹੋ ਕਰਕੇ, ਗੁਰੂ ਦੇ ਅਨੁਸਾਰੀ ਹੋ ਕਰਕੇ ਹੀ ਵਰਤਣਾ ਫਲਦਾ ਹੈ ਜੀ। ਸੋ ਸਿੱਖ ਸੁਖਦ ਮੁਖ ਅਧਿਕਾਰੀ। ਤੇ ਜਿਹੜਾ ਸਿੱਖ ਗੁਰੂ ਦੀ ਮੌਜ ਵਿੱਚ ਹੀ ਰਵੇ, ਗੁਰੂ ਦੀ ਰਜ਼ਾ ਵਿੱਚ ਹੀ ਰਾਜੀ ਰਵੇ, ਜੋ ਗੁਰੂ ਨੂੰ ਭਾਉਂਦਾ ਹੈ ਉਹ ਹੋ ਰਿਹਾ ਹੈ, ਤੇ ਇਹ ਨਾ ਕਵੇ ਵੀ ਇਹ ਮੈਂ ਇਉਂ ਕਰ ਦੇਵਾਂਗਾ, ਇਹ ਗਲਤ ਹੋਇਆ ਹੈ ਜਾਂ ਇਹਨੂੰ ਇਉਂ ਹੋਣਾ ਚਾਹੀਦਾ ਸੀ। ਜੇ ਕੋਈ ਇੱਦਾਂ ਕਰਦਾ ਹੈ ਤੇ ਉਹ ਫਿਰ ਮੈਂ ਦਾ ਸ਼ਿਕਾਰ ਹੋ ਜਾਂਦਾ, ਹਉਮੈ ਦਾ ਗ੍ਰਸਿਆ ਜਾਂਦਾ। ਤੇ ਜੇਕਰ ਗੁਰੂ ਦੀ ਕੋਈ ਮੌਜ ਵਿੱਚ ਟਿਕ ਜਾਂਦਾ ਹੈ ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਸਿੱਖ ਸਦਾ ਸੁਖ ਦਾ ਮੋਖ ਅਧਿਕਾਰੀ, ਮੁਕਤੀ ਦਾ ਅਧਿਕਾਰੀ ਬਣਦਾ ਹੈ। ਗੁਰ ਸਰ ਵਰਗੈ ਜਾਨ ਸਭ ਕਰੈ। ਕਿਉਂਕਿ ਗੁਰਦੇਵ ਜਿਹੜੇ ਹਨ ਉਹ ਸਰਵੱਗਿਆ ਭਾਵ ਹਰ ਬਾਤ ਨੂੰ ਜਾਣਦੇ ਹਨ, ਸਮਰੱਥ ਹਨ, ਹਰ ਪੱਖ ਤੋਂ ਸਮਰੱਥ ਹਨ, ਤੇ ਜੋ ਕੁਝ ਕਰਦੇ ਹਨ ਉਹ ਆਪਣੀ ਮੌਜ ਦੇ ਵਿੱਚ ਆਪ ਹੀ ਕਰਦੇ ਹਨ। ਸਿੱਖ ਅਲਪਗਿਆ ਗਰਭ ਕਿਆ ਧਰੈ। ਤੇ ਸਿੱਖ ਜਿਹੜਾ ਹੈ ਇਹਦੀ ਮੱਤ ਜਿਹੜੀ ਹੈ, ਇਹਦੀ ਬੁੱਧੀ ਅਲਪਗ ਹੈ। ਅਲਪਗ ਤੋਂ ਭਾਵ ਹੈ ਥੋੜਾ ਜਿਹਾ ਸੋਚ ਸਕਦੀ ਹੈ, ਇਸ ਤੋਂ ਅੱਗੇ ਨਹੀਂ। ਗੁਰੂ ਸਰਬੱਗ ਹੈ, ਸਿੱਖ ਅਲਪਗ ਹੈ। ਸਰਬੱਗ ਸਭ ਕੁਝ ਜਾਣਦਾ ਹੈ, ਸਭ ਕੁਝ ਵਿਚਾਰ ਸਕਦਾ ਹੈ। ਅਲਪਗ ਕੋਲ ਕੇਵਲ ਓਨੀ ਤਾਕਤ ਹੈ ਜਿੰਨਾ ਕੋ ਉਹਨੂੰ ਪਿੱਛੋਂ ਬਲ ਮਿਲਦਾ ਹੈ, ਉਸ ਤੋਂ ਵੱਧ ਕੇ ਨਹੀਂ। ਸੋ ਸਿੱਖ ਅਲਪਗਿਆ ਗਰਭ ਕਿਆ ਕਰੈ। ਫਿਰ ਅਲਪਗ ਜਿਹੜਾ ਹੈ ਉਹ ਕਿਸੇ ਵੀ ਬਾਤ ਨੂੰ ਜਾਣ ਕਰਕੇ ਤੇ ਉਹਦਾ ਹੰਕਾਰ ਕਰੇ, ਇਹ ਫਿਰ ਉਹਦੀ ਕੋਈ ਸਿਆਣਪ ਤੇ ਨਹੀਂ ਹੈ ਨਾ ਗੁਰਮੁਖੋ। ਸੋ ਇਸ ਕਰਕੇ ਸਿੱਖ ਅਲਪਗ ਹੈ ਤੇ ਇਹਨੂੰ ਇਸ ਤਰ੍ਹਾਂ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਜੀ। ਜਾਂ ਤੇ ਸਿਮਰੋ ਸ੍ਰੀ ਕਰਤਾਰਾ। ਤੇ ਫਿਰ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ, ਇਸ ਕਰਕੇ ਨਾ ਤੁਸੀਂ ਉਸ ਕਰਤਾਰ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰੋ ਜੀ। ਸੋ ਸਭ ਜੀਵਨ ਕੋ ਆਧਾਰਾ। ਕਿਉਂਕਿ ਉਹ ਕਰਤਾਰ ਪ੍ਰਮਾਤਮਾ ਵਾਹਿਗੁਰੂ ਹੀ ਸਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਹੈ। ਸੁਨਤ ਸਿੱਖਿਆ ਨੇ ਬੰਧਨ ਠਾਨੀ। ਫਿਰ ਜਿਸ ਵਕਤ ਮਹਾਰਾਜ ਜੀਆਂ ਨੇ
ਨੇ ਆਪਣੇ ਪਾਵਨ ਮੁਖ ਤੋਂ ਉਸ ਸਿੱਖ ਨੂੰ ਤੇ ਬਾਕੀ ਦੇ ਜਿਤਨੇ ਹੋਰ ਸਿੱਖ ਹਜ਼ੂਰੀ ਵਿੱਚ ਬੈਠੇ ਹਨ ਸਭ ਨੂੰ ਇਉਂ ਗਿਆਨ ਬਖਸ਼ਿਸ਼ ਕੀਤਾ। ਫਿਰ ਉਸ ਤੋਂ ਉਪਰੰਤ ਸਾਰੇ ਸਿੱਖਾਂ ਨੇ ਇਕੱਤਰ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਦੇ ਅੰਦਰ ਨਮਸਕਾਰ ਕੀਤੀ ਹੈ। ਤੁਮਰੀ ਗਤ ਤੁਮ ਹੀ ਪ੍ਰਭ ਜਾਨੀ। ਹੱਥ ਜੋੜ ਕੇ ਫਿਰ ਕਹਿ ਰਹੇ ਸਨ, ਮਹਾਰਾਜ ਤੁਹਾਡੀ ਮੌਜ ਹੈ, ਤੁਹਾਡੀ ਕੀ ਗਤ ਹੈ, ਅਸੀਂ ਅਲਪਗ ਜੀਵ ਕੀ ਸਮਝ ਸਕਦੇ ਹਾਂ, ਕੇਵਲ ਆਪ ਹੀ ਜਾਣਦੇ ਹੋ। ਤੁਰਕ ਅਵਗਿਆ ਕਰੈ ਤੁਮਾਰੀ। ਮਹਾਰਾਜ ਇਹ ਜਿਹੜੇ ਤੁਰਕ ਹਨ, ਸਮੇਂ ਦੇ ਹੁਕਮਰਾਨ ਜਿਹੜੇ ਬਾਦਸ਼ਾਹ ਹਨ, ਇਹ ਹਰ ਵਕਤ ਆਪ ਜੀ ਕੀ ਅਵਗਿਆ ਕਰਦੇ ਹਨ। ਸੋ ਹਮ ਤੇ ਨੈ ਜਾਤ ਸਹਾਰੀ। ਤੇ ਜਦੋਂ ਕਿਤੇ ਤੁਰਕ ਆਪ ਜੀ ਕੀ ਅਵਗਿਆ ਕਰਦੇ ਹਨ, ਆਪ ਜੀ ਦੇ ਨਾਲ ਐਸਾ ਸਲੂਕ ਕਰਦੇ ਹਨ ਜਿਵੇਂ ਪਿੱਛੇ ਆਪ ਜੀਆਂ ਨੂੰ ਕਿਲੇ ਵਿੱਚ ਕੈਦ ਰੱਖਿਆ ਗਿਆ, ਡਰਾਉਣੀ ਹਵੇਲੀ, ਪ੍ਰੇਤਾਂ ਦੀ ਹਵੇਲੀ ਵਿੱਚ ਰੱਖਿਆ ਗਿਆ। ਸੋ ਜਿਸ ਵਕਤ ਗੁਰੂ ਦੀ ਅਵਗਿਆ ਕਰਦੇ ਹਨ, ਗੁਰੂ ਨਾਲ ਹੁਜਤ ਕਰਦੇ ਹਨ, ਫਿਰ ਸਿੱਖ ਦੇ ਲਈ ਉਹ ਸਹਾਰਨਾ ਵੀ ਕਠਿਨ ਹੈ। ਸੋ ਇਸ ਕਰਕੇ ਫਿਰ ਮਹਾਰਾਜ ਸਾਡੇ ਅੰਦਰ ਇੱਕ ਰੋਸ ਜਾਗ ਪੈਂਦਾ ਹੈ। ਸੋ ਉਸ ਦੇ ਅਧੀਨ ਹੋ ਕਰਕੇ ਅਸੀਂ ਆਪ ਜੀ ਕੇ ਸਨਮੁਖਿਓਂ ਵਚਨ ਕੀਤੇ ਹਨ। ਜਾਤੇ ਤੁਮਰੇ ਨਿਕਟ ਬਖਾਨੀ। ਇਸ ਲਈ ਮਹਾਰਾਜ ਆਪ ਜੀ ਕੇ ਪਾਸੇ ਬੇਨਤੀ ਕੀਤੀ ਸੀ ਵੀ ਇਹ ਤੁਰਕ ਜਿਹੜੇ ਆਪ ਜੀ ਕੀ ਅਵਗਿਆ ਕਰ ਰਹੇ ਹਨ, ਆਪ ਜੀ ਕੀ ਬੇਅਦਬੀ ਕਰਦੇ ਹਨ, ਆਪ ਜੀ ਦੇ ਨਾਲ ਹੁਜ਼ਤ ਕਰਦੇ ਹਨ, ਸੋ ਇਹ ਕੁਝ ਸਾਡੇ ਹਿਰਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਹੈ। ਛਿਮੋ ਪ੍ਰਭੂ ਹਮ ਬੁੱਧ ਅਨਜਾਨੀ। ਤੇ ਨਾਲ ਹੀ ਸਿੱਖ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸਾਨੂੰ ਖਿਮਾ ਕਰਨਾ, ਸਾਡੀ ਬੁੱਧੀ ਛੋਟੀ ਹੈ, ਮਤ ਛੋਟੀ ਹੈ ਤੇ ਅਣਜਾਣ ਹਾਂ ਜੀ। ਬਹੁਰ ਨਾ ਕਰਹਿ ਕਬੈ ਉਚਾਰੀ। ਤੇ ਜੇ ਸਿੱਖ ਨੇ ਮਹਾਰਾਜ ਜੀ ਕੇ ਸਨਮੁਖੇ ਬਾਤ ਕੀਤੀ ਸੀ, ਹੁਣ ਮਹਾਰਾਜ ਜੀ ਤੋਂ ਖਿਮਾ ਯਾਚਨਾ ਕਰ ਰਿਹਾ, ਮਹਾਰਾਜ ਇਸ ਵਾਰ ਖਿਮਾ ਕਰ ਦੇਵੋ, ਅਗਾਂਹ ਤੋਂ ਮੈਂ ਖਿਆਲ ਰੱਖਾਂਗਾ, ਕਦੀ ਵੀ ਐਸਾ ਨਹੀਂ ਕਰਾਂਗਾ ਜੀ। ਜਿਮ ਭਾਵੈ ਕੀ ਜੈ ਤਿਮਕਾਰੀ। ਆਪ ਜੀਆਂ ਨੂੰ ਜਿਵੇਂ ਭਾਉਂਦਾ ਹੈ, ਜਿਵੇਂ ਆਪ ਜੀ ਕੀ ਮੌਜ ਹੈ, ਆਪ ਉਸੇ ਅਨੁਸਾਰੀ ਸਾਨੂੰ ਰੱਖਣਾ ਕਰੋ। ਇਸ ਪ੍ਰਕਾਰ ਸਿੱਖ ਕੋ ਸਮਝਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜ਼ਿਕਰ ਕਰ ਰਹੇ ਹਨ ਕਿ ਇਸ ਪ੍ਰਕਾਰ ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਇਉਂ ਗਿਆਨ ਦਿੱਤਾ ਹੈ। ਗਮਨੇ ਗੁਰੂ ਗਿਆਨ ਗਤ ਦਾਏ। ਫਿਰ ਇਸ ਤੋਂ ਉਪਰੰਤ ਮਹਾਰਾਜ ਚੱਲਦੇ ਹਨ। ਗਮਨੇ ਗੁਰੂ, ਗਮਨ ਤੋਂ ਭਾਵ ਹੈ ਵੀ ਹੁਣ ਔਰੰਗਜ਼ੇਬ ਦੀ ਕਚਹਿਰੀ ਵੱਲ, ਕਿਉਂਕਿ ਉਹਦੇ ਅਹਿਲਕਾਰ ਸ਼ਾਹੀ ਸਿਪਾਹੀ ਜਿਹੜੇ ਹਨ ਉਹ ਮਹਾਰਾਜ ਜੀਆਂ ਨੂੰ ਲੈਣ ਆਏ ਹਨ। ਸੋ ਮਹਾਰਾਜ ਗਿਆਨ ਦੇ ਦਾਤੇ ਉਹਨਾਂ ਨਾਲ ਤੁਰਨ ਲਈ ਰਾਜੀ ਹਨ। ਕੇਤਿਕ ਚੌਕੀਦਾਰ ਸਿਪਾਹੀ। ਮਹਾਰਾਜ ਜੀ ਕੇ ਚੁਗਿਰਦੇ ਬਹੁਤ ਸਾਰੇ ਚੌਕੀਦਾਰ ਸਿਪਾਹੀ ਪਹਿਰਾ ਲਾ ਕਰ ਖੜੇ ਸਨ। ਚਲੇ ਸੰਗ ਗਏ ਅਯੁੱਧ ਪਾਹੀ। ਤੇ ਮਹਾਰਾਜ ਜੀ ਉਹਨਾਂ ਸਿਪਾਹੀਆਂ ਦੇ ਘੇਰੇ ਦੇ ਅੰਦਰ ਉਸ ਪਾਸੇ ਵੱਲ ਤੁਰੇ ਜਿੱਧਰ ਔਰੰਗਜ਼ੇਬ ਦਾ ਦਰਬਾਰ ਲੱਗਦਾ ਹੈ। ਐਸੇ ਸਿਪਾਹੀ ਨੇ ਭਾਈ ਸਾਹਿਬ ਜੀਆਂ ਨੇ ਬਚਨ ਲਿਖੇ ਨੇ, ਚਲੇ ਸੰਗ ਆਯੁੱਧ ਗਹਿ ਪਾਈ, ਜਿਨ੍ਹਾਂ ਨੇ ਆਪਣੇ ਤਨ ਤੇ ਸ਼ਸਤਰ ਬੰਨੇ ਹੋਏ ਹਨ। ਸ਼ਸਤਰ ਬਰ ਤਿਆਰ ਸਿਪਾਹੀ ਜਿਹੜੇ ਮਹਾਰਾਜ ਜੀ ਨੂੰ ਇਸ ਸਥਾਨ ਤੋਂ ਲੈ ਜਾ ਕਰਕੇ ਔਰੰਗਜ਼ੇਬ ਦੀ ਸਭਾ ਕਚਹਿਰੀ ਵਿੱਚ ਹਾਜ਼ਰ ਕਰਦੇ ਹਨ। ਹਿਤ ਤੱਕ ਰਾਇ ਕੇ ਚਹੂੰ ਔਰ। ਤੇ ਬੜੀ ਤਕੜਾਈ ਕਰਕੇ ਜਿਵੇਂ ਸਿਪਾਹੀ ਆਪਣੇ ਸ਼ਸਤਰ ਲੈ ਕਰਕੇ ਤੇ ਚੁਗਿਰਦੇ ਦੇ ਵਿੱਚ ਘੇਰਾ ਬਣਾ ਕਰਕੇ ਮਹਾਰਾਜ ਜੀਆਂ ਨੂੰ ਲੈ ਜਾ ਰਹੇ ਸਨ। ਜਾਤ ਸਾਥ ਦਿਖਰਾਵਤ ਜੋਰ। ਤੇ ਜਿਵੇਂ ਕਿਸੇ ਨੂੰ ਗ੍ਰਿਫਤਾਰ ਕਰੀਦਾ ਨਾ, ਜਿਵੇਂ ਅਕਸਰ ਹੀ ਆਪਾਂ ਵੇਖਦੇ ਹਾਂ, ਮੌਜੂਦਾ ਸਮੇਂ ਦੇ ਵਿੱਚ ਵੀ ਆਪਨੇ ਵੇਖਿਆ ਹੋਣਾ, ਕਿਸੇ ਮੁਲਜ਼ਮ ਨੂੰ ਫੜ ਕੇ ਲੈ ਕੇ ਜਾਂਦੇ ਨੇ ਤੇ ਉਹਦੇ ਨਾਲ ਫਿਰ ਸਰਕਾਰੀ ਸਿਪਾਹੀ ਬੜੇ ਜ਼ੋਰ ਨਾਲ ਤਕੜਾਈ ਕਰਕੇ। ਸੋ ਮਹਾਰਾਜ ਮੁਲਜ਼ਮ ਤਾਂ ਹਨ ਨਹੀਂ, ਕਿਉਂਕਿ ਇੱਥੇ ਤੇ ਲੜਾਈ ਧਰਮ ਦੀ ਚੱਲ ਰਹੀ ਹੈ। ਫਿਰ ਵੀ ਸਿਪਾਹੀਆਂ ਨੇ ਆਪਣੀ ਪੂਰੀ ਤਕੜਾਈ ਕਰਕੇ ਮਹਾਰਾਜ ਜੀਆਂ ਨੂੰ ਚੁਗਿਰਦੇ ਤੋਂ ਘੇਰਾ ਪਾ ਕਰਕੇ ਤੇ ਇਸ ਵਿਧ ਮਹਾਰਾਜ ਕੋ ਗ੍ਰਿਫਤਾਰ ਕਰ ਲੈ ਜਾ ਰਹੇ ਹਨ। ਸਨੇ ਸਨੇ ਗਮਨਤ ਮਗ ਜਾਤ। ਹੌਲੀ ਹੌਲੀ ਇਹ ਜਿਹੜੇ ਸਿਪਾਹੀ ਹਨ ਰਸਤਾ ਤੈਅ ਕਰਦੇ ਹੋਏ ਔਰੰਗਜ਼ੇਬ ਦੇ ਦਰਬਾਰ ਵੱਲ ਜਾ ਰਹੇ ਸਨ। ਪੁੱਛਕ ਸਿੱਖ ਜਿਨ ਕੇ ਪਸਚਾਤ। ਤੇ ਮਹਾਰਾਜ ਜੀ ਕੇ ਜਿਹੜੇ ਪਿਆਰ ਵਾਲੇ ਸਿੱਖ ਨੇ, ਫਿਰ ਇਹ ਜਿਹੜਾ ਸਿਪਾਹੀਆਂ ਦਾ ਕਾਫਲਾ ਜਾ ਰਿਹਾ, ਅੱਗੇ ਜਿਹੜੇ ਸਿਪਾਹੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਤੇ ਮਹਾਰਾਜ ਕੇ ਸਾਥ ਕੁਝ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੇ ਨੇ। ਨਾਲ ਫਿਰ ਕੁਝ ਸਿੱਖ ਨੇ ਜਿਵੇਂ ਮਹਾਰਾਜ ਜੀ ਦੀ ਜਿਹੜੀ ਸੇਵਾ ਕਰਦੇ ਰਹੇ ਉਸ ਸਥਾਨ ਤੇ ਦਿੱਲੀਪੁਰ ਵਾਸੀ, ਹੋਰ ਉਹ ਸਿੱਖ ਜਿਹੜੇ ਹਨ ਉਹ ਵੀ ਮਹਾਰਾਜ ਕੇ ਪਿੱਛੇ ਸਿਪਾਹੀਆਂ ਤੋਂ ਪਿੱਛੇ, ਕਿਉਂਕਿ ਪਾਸ ਦੇ ਸਿਪਾਹੀ ਹੁਣ ਟੁੱਕਣ ਨਹੀਂ ਦੇਣਗੇ।
ਸੋ ਉਹ ਫਿਰ ਪਿੱਛੇ ਜਾ ਰਹੇ ਸਨ। ਸ੍ਰੀ ਸਤਿਗੁਰ ਤਬ ਜਾਏ ਪਹੁੰਚੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ ਵਿਦ ਉਹ ਸਥਾਨ ਤੇ ਪਹੁੰਚ ਜਾਂਦੇ ਹਨ ਜਿੱਥੇ ਔਰੰਗਜ਼ੇਬ ਦੇ ਨਾਲ ਮੁਲਾਕਾਤ ਹੋਣੀ ਹੈ। ਤੁਰਗ ਤੁਰਕ ਪਤ ਕੇ ਪਿਤੇ ਉੱਚੇ। ਦੁਰਗ ਤੁਰਕਪਤ ਕੇ ਪਿੱਛੇ ਉੱਚੇ, ਉਹਦਾ ਉੱਚਾ ਕਿਲਾ ਜਿੱਥੇ ਔਰੰਗਜ਼ੇਬ ਵਸਦਾ ਹੈ, ਜਿੱਥੇ ਉਹ ਸਭਾ ਲਾਉਂਦਾ ਹੈ, ਜਿੱਥੇ ਉਹ ਆਪਣੇ ਮੁਲਜ਼ਮਾਂ ਨੂੰ ਸਜ਼ਾ ਸੁਣਾਉਂਦਾ ਹੈ ਜਾਂ ਉਹਨਾਂ ਨਾਲ ਵਿਚਾਰ ਵਟਾਂਦਰੇ ਆਦਿ ਕਰਦਾ, ਉਹ ਉਸ ਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਪਾਹੀਆਂ ਦੇ ਪਹਿਰੇ ਹੇਠ ਪਹੁੰਚੇ ਹਨ। ਪੁਨੈ ਪੂਰ ਮੈਂ ਪੈ ਪਰਵੇਸ਼ੇ। ਕਿਲੇ ਦੇ ਪੌੜ ਦੇ ਉੱਪਰ ਪ੍ਰਵੇਸ਼ ਕਰਨ ਦੇ ਲਈ ਮਹਾਰਾਜ ਜੀਆਂ ਨੇ ਆਪਣੇ ਪਾਵਨ ਚਰਨ ਪਾਏ ਹਨ। ਖਰੇ ਸੁਪਟ ਗਏ ਸ਼ਸਤਰ ਛੇਸੇ। ਤੇ ਉੱਥੇ ਹੋਰ ਵੀ ਬਹੁਤ ਸਾਰੇ ਐਸੇ ਉਹਦੇ ਔਰੰਗਜ਼ੇਬ ਦੇ ਸ਼ਾਹੀ ਸਿਪਾਹੀ ਜਿਹੜੇ ਹਨ ਹੱਥਾਂ ਵਿੱਚ ਸ਼ਸਤਰ ਫੜ ਕੇ ਤਿਆਰ ਬਰ ਤਿਆਰ ਤਾਣ ਕਰਕੇ ਖੜੇ ਸਨ। ਹੋਰ ਮਨੋਹਰ ਪਾਹਨ ਕੇਰਾ। ਤੇ ਉਸ ਤੋਂ ਅੱਗੇ ਥੋੜੀ ਜਿਹੀ ਉਪਮਾ ਭਾਈ ਸਾਹਿਬ ਜੀ ਹੋਰਾਂ ਨੇ ਉਸ ਸਥਾਨ ਦੀ ਕੀਤੀ ਜਿਹੜਾ ਕਿਲੇ ਦਾ ਉਸਨੇ ਸਥਾਨ ਮੁੱਖ ਦੁਆਰ ਬਣਾਇਆ ਹੋਇਆ ਹੈ। ਵੱਡੇ ਪੱਥਰ, ਮਨੋਹਰ ਸੁੰਦਰ ਦਰਵਾਜ਼ਾ ਤੇ ਬਹੁਤ ਸ਼ਾਨੋ ਸ਼ੌਕਤ ਦੇ ਨਾਲ, ਕਿਉਂਕਿ ਇੱਕ ਸ਼ਾਹੀ ਕਿਲਾ ਹੈ ਜਿੱਥੇ ਔਰੰਗਜ਼ੇਬ ਵਸਦਾ। ਸੋ ਉਸ ਸਥਾਨਪੁਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚਦੇ ਹਨ। ਦਰਵਾਜ਼ੇ ਤੇ ਇਹ ਸਭ ਨਜ਼ਾਰਾ ਹੈ ਜੀ। ਸਿਲਪਨ ਚਿੱਤਰ ਵਿਸਾਲ ਕੁਏਰਾ। ਤੇ ਔਰੰਗਜ਼ੇਬ ਦਾ ਜਿਹੜਾ ਕਿਲਾ ਹੈ ਉਸ ਦੇ ਮੁੱਖ ਦੁਆਰ ਦੇ ਉੱਪਰ ਬੜੀ ਸੁੰਦਰ ਮੀਨਾਕਾਰੀ ਸ਼ਿਲਪਕਾਰੀਆਂ ਨੇ ਚਿੱਤਰਕਾਰੀ ਆਦਿ ਕੀਤੀ ਹੈ। ਪੱਥਰਾਂ ਨੂੰ ਤਰਾਸ਼ ਕਰਕੇ ਬਹੁਤ ਸੋਹਣੇ ਪੌੜ ਤੇ ਬੜੇ ਸੁੰਦਰ ਨਜ਼ਾਰੇ ਬਣਾਏ ਹੋਏ ਸਨ। ਬਹੁਤੋ ਦੇਸ ਕੇ ਨਰ ਜੈ ਖਰੇ। ਤੇ ਉਹ ਜਿਹੜਾ ਕਿਲੇ ਦਾ ਮੁੱਖ ਦੁਆਰ ਹੈ ਉੱਥੇ ਬਹੁਤ ਸਾਰੇ ਦੇਸ਼ਾਂ ਦੇ ਮਨੁੱਖ ਜਿਹੜੇ ਹਨ ਪਹਿਲੇ ਵੀ ਖੜੇ ਹਨ। ਕਿਉਂ ਖੜੇ ਹਨ, ਇਹਦੇ ਕੁਝ ਕਾਰਨ ਨੇ, ਅੱਗੇ ਵੀ ਇਤਿਹਾਸ ਵਿੱਚ ਜ਼ਿਕਰ ਆਵੇਗਾ। ਟੂਕ ਮਾਤਰ ਮੈਂ ਬੇਨਤੀ ਕਰ ਦਿੰਦਾ, ਕਿਉਂਕਿ ਔਰੰਗਜ਼ੇਬ ਆਪਣੇ ਉਸ ਕਿਲੇ ਦੇ ਅੰਦਰ ਆ ਕਰਕੇ ਸ਼ਾਹੀ ਫੌਜਾਂ ਦੇ ਨਾਲ ਤੇ ਹੋਰ ਸ਼ਾਹੀ ਮੁਲਾਣੇ ਜਿਹੜੇ ਹਨ ਸਭਾ ਵਿੱਚ ਬੈਠ ਕਰਕੇ ਤੇ ਬਹੁਤ ਸਾਰੇ ਫੈਸਲੇ ਕਰਦਾ ਸੀ। ਸੋ ਬਹੁਤ ਸਾਰੇ ਐਸੇ ਦੂਰ ਦੁਰਾਡੇ ਦੇ ਦੇਸ਼ਾਂ ਵਿਦੇਸ਼ਾਂ ਦੇ ਮੁੱਖ ਆਪਣੇ ਆਪਣੇ ਫੈਸਲਿਆਂ ਨੂੰ ਲੈ ਕਰਕੇ ਸਮੇਂ-ਸਮੇਂ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਰਹਿੰਦੇ ਸਨ। ਸੋ ਇਸ ਵੇਦ ਜਿਸ ਵਕਤ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਉੱਥੇ ਲਿਜਾਇਆ ਜਾ ਰਿਹਾ ਹੈ, ਕੀ ਵੇਖਦੇ ਹਨ ਵੀ ਇੱਥੇ ਹੋਰ ਵੀ ਬਹੁਤ ਮਨੁੱਖ ਦੂਰ ਦੇਸ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਖੜੇ ਹਨ। ਨਿਜ ਨਿਜ ਗਰਜ ਅਰਜ ਕੋ ਕਰੇ। ਜਿਹੜੇ ਕਿ ਆਪਣੀਆਂ ਨਿੱਜੀ ਲੋੜਾਂ ਦੇ ਅਨੁਸਾਰ ਆਪਣੀ ਅਰਜ਼ੀ ਲੈ ਕਰਕੇ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚੇ ਹਨ। ਬਾਦਸ਼ਾਹ ਕਦੋਂ ਆਉਂਦਾ ਹੈ, ਸੁਣਦਾ ਹੈ ਜਾਂ ਨਹੀਂ ਸੁਣਦਾ, ਇਹ ਉਸ ਦੀ ਮਰਜ਼ੀ ਹੈ। ਲੇਕਿਨ ਆਪਣੀ ਅਰਜ਼ੀ ਬਾਦਸ਼ਾਹ ਦੇ ਦਰਬਾਰ ਵਿੱਚ ਰੱਖਣ ਦੇ ਲਈ ਇਹ ਸਭ ਦੂਰ ਦੇਸ਼ਾਂ ਤੋਂ, ਕੋਈ ਕਿਸੇ ਸਥਾਨ ਤੋਂ, ਕੋਈ ਕਿਸੇ ਸਥਾਨ ਤੋਂ ਸਭ ਹਾਜ਼ਰ ਹੋ ਰਹੇ ਹਨ। ਤਹ ਤੇ ਉਲੰਘਤ ਅੰਤਰ ਗਏ। ਫਿਰ ਮਹਾਰਾਜ ਜੀ ਇਸ ਸਥਾਨ ਤੋਂ ਲੰਘ ਕਰਕੇ ਹਨ ਤਾਂ ਸਿਪਾਹੀਆਂ ਦੇ ਪਹਿਰੇ ਹੇਠ, ਲੇਕਿਨ ਤੱਕ ਤੇ ਸਭ ਕੁਝ ਰਹੇ ਨੇ। ਸੋ ਮਹਾਰਾਜ ਇਸ ਸਥਾਨ ਤੋਂ ਲੰਘ ਕਰਕੇ ਤੇ ਫਿਰ ਅੰਦਰ ਪ੍ਰਵੇਸ਼ ਕਰਦੇ ਹਨ। ਜਹਾਂ ਕਚਹਿਰੀ ਦੁਸ਼ਟਨ ਕੀਏ। ਅੱਗੇ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਉਹ ਸਥਾਨ ਹੈ ਜਿੱਥੇ ਇਹ ਦੁਸ਼ਟ ਕਚਹਿਰੀ ਲਾਉਂਦੇ ਹਨ। ਕਚਹਿਰੀ ਤੋਂ ਭਾਵ ਜਿੱਥੇ ਇਹ ਮੁਲਜ਼ਮਾਂ ਅਪਰਾਧੀਆਂ ਨੂੰ ਦੰਡ ਦਿੰਦੇ ਹਨ, ਉਹਨਾਂ ਦੇ ਦੋਸ਼ ਸੁਣ ਕਰਕੇ ਫੈਸਲਾ ਸਜ਼ਾ ਸੁਣਾਈ ਜਾਂਦੀ ਹੈ। ਹੁਣ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਉਹ ਸਥਾਨਪੁਰ ਪਹੁੰਚਾਇਆ ਗਿਆ। ਮਹਾਰਾਜ ਆਨ ਖੜੇ ਹਨ। ਸੰਗ ਸਿੱਖਿਆਰ ਚੌਕੀਦਾਰ। ਬਹੁਤ ਸਾਰੇ ਮਹਾਰਾਜ ਜੀ ਕੇ ਸਾਥ ਚੌਕੀਦਾਰ ਸਿਪਾਹੀ ਹਨ, ਕੁਝ ਸਿੱਖ ਵੀ ਹਨ ਜੀ। ਦੇਖਤ ਵੱਡੇ ਵੱਡੇ ਸਰਦਾਰ। ਤੇ ਕੀ ਵੇਖਦੇ ਹਨ ਵੀ ਇੱਥੇ ਵੱਡੇ ਵੱਡੇ ਸਰਦਾਰ, ਸਰਦਾਰ ਤੋਂ ਭਾਵ ਨੇ ਜਿਹੜੇ ਪਦਵੀਆਂ ਵਾਲੇ ਨੇ, ਜਿਵੇਂ ਔਰੰਗਜ਼ੇਬ ਦੀ ਸਭਾ ਦੇ ਅੰਦਰ ਫੈਸਲਾ ਲੈਣ ਵਾਲੇ ਕੋਈ 22 ਅਹਿਲਕਾਰ ਐਸੇ ਬੈਠਦੇ ਸਨ ਜਿਨ੍ਹਾਂ ਕੋਲ ਵੱਡੀਆਂ ਪਦਵੀਆਂ ਸਨ, ਕਾਜੀ, ਮੌਲਾਣੇ, ਹੋਰ ਵੱਡੇ ਸੰਤਰੀ ਮੰਤਰੀ ਜਾਂ ਉਹਦੇ ਨਿੱਜੀ ਸਲਾਹਕਾਰ। ਸੋ ਇਹ ਸਾਰੇ ਉਹਦੀ ਸਭਾ ਦੇ ਵੱਡੇ ਸਰਦਾਰ ਹਨ। ਕਿ ਉਹ ਸਾਰੇ ਦੇ ਸਾਰੇ ਉਸ ਸਥਾਨਪੁਰ ਪਹੁੰਚੇ ਹਨ। ਹਿੰਦੂ ਤੁਰਕ ਅਨੇਕ ਨਿਹਾਰੈ। ਹਿੰਦੂ ਤੁਰਕ ਤੇ ਜਿਸ ਸਥਾਨ ਤੇ ਜਾ ਕਰ ਕੇ ਮਹਾਰਾਜ ਵੀ ਵੇਖਦੇ ਹਨ, ਕੀ ਦਿਸ ਰਿਹਾ ਕਿ ਵੱਖ-ਵੱਖ ਜਾਤਾਂ ਨਾਲ ਸੰਬੰਧਿਤ ਕੋਈ ਤੁਰਕ ਹੈ, ਕੋਈ ਹਿੰਦੂ ਹੈ, ਪਦਵੀਆਂ ਦੇ ਉੱਪਰ ਬੈਠੇ ਹਨ। ਅਤ ਅਵਗੁਣ ਕੋ ਕੁਛ ਨਾ ਵਿਚਾਰੈ। ਅਤ ਅਵਗੁਣ ਕੋ ਕੁਛ ਨਾ ਵਿਚਾਰੈ। ਲੇਕਿਨ ਜਿਹੜੇ ਬੈਠੇ ਹਨ ਇਹਨਾਂ ਦੇ ਅੰਦਰ ਕੋਈ ਵੱਡੀ ਮੱਤ ਨਹੀਂ ਹੈ, ਦੁਸ਼ਟੀ ਕਹਿ ਸਕਾਂਗੇ ਆਪਾਂ ਤਾਂ, ਕਿਉਂਕਿ ਜਿਨ੍ਹਾਂ ਨੇ ਮਹਾਰਾਜ ਜੀਆਂ ਦੇ ਨਾਲ ਐਸੇ ਕਰਮ ਕੀਤੇ
ਸੋ ਇਹ ਹਨ ਤਾਂ ਬੇਸ਼ੱਕ ਵੱਡੇ, ਲੇਕਿਨ ਇਹਨਾਂ ਪਾਸ ਕੋਈ ਵਿਚਾਰ ਨਹੀਂ ਹੈ, ਕੋਈ ਸਿਆਣਪ ਨਹੀਂ ਹੈ ਜੀ। ਸ੍ਰੀ ਗੁਰ ਜਬੈ ਕਚਹਿਰੀ ਬਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵਕਤ ਕਚਹਿਰੀ ਅੰਦਰ ਪਹੁੰਚਦੇ ਹਨ, ਚੌਕੀ ਤਹਾਂ ਬਿਛਾਵਨ ਕਰੇ। ਤੇ ਮਹਾਰਾਜ ਜੀ ਕਿਉਂ ਦੇ ਲਈ ਉੱਥੇ ਇੱਕ ਚੌਂਕੀ, ਇੱਕ ਐਸਾ ਸਥਾਨ, ਪੀੜਾ ਜਿਵੇਂ ਕਹਿ ਲਈਏ, ਮੰਜੀ ਕਹਿ ਲਈਏ, ਜਿਸ ਦੇ ਉੱਪਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਬਿਠਾਇਆ ਜਾਣਾ। ਇਸ ਤੋਂ ਅੱਗੇ ਫਿਰ ਵਾਰਤਾਲਾਪ ਚੱਲੇਗੀ, ਕਿਉਂਕਿ ਬਹੁਤ ਸਾਰੇ ਸਵਾਲ ਨੇ ਜਿਹੜੇ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਤੇ ਉਹਦੇ ਜਿਹੜੇ ਹਮਾਇਤੀ ਕਾਜੀ ਮੁਲਾਣੇ ਜਿਹੜੇ ਇਸਲਾਮ ਨੂੰ ਪ੍ਰਚਾਰਨਾ ਚਾਹੁੰਦੇ ਸਨ, ਉਹਨਾਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਕੀਤੇ ਨੇ। ਜਿਵੇਂ ਆਪਾਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਹਾਂ, ਕਰਾਮਾਤ ਵਿਖਾਓ, ਦੀਨ ਇਸਲਾਮ ਕਬੂਲ ਕਰੋ ਜਾਂ ਫਿਰ ਕਤਲ ਕੀਤੇ ਜਾਓਗੇ। ਇਸ ਵਿੱਚ ਬਹੁਤ ਸਾਰੇ ਵਿਚਾਰ ਨੇ। ਸੋ ਜਿਤਨੇ ਵੀ ਉਸ ਸਥਾਨਪੁਰ ਹਾਜ਼ਰ ਹਨ, ਉਹਨਾਂ ਨੇ ਇੱਕ ਚੌਂਕੀ ਤਿਆਰ ਕਰਵਾਈ, ਉਸ ਦੇ ਉੱਪਰ ਮਹਾਰਾਜ ਜੀ ਨੂੰ ਬਿਠਾਇਆ ਜਾਂਦਾ ਹੈ। ਸੁਜਨ ਦਸਾਵਨ ਉਜਲ ਜਹਾਂ। ਜਿਸ ਦਾ ਚੌਗਿਰਦੇ ਦਾ ਜਿਹੜਾ ਵਾਤਾਵਰਨ ਹੈ ਜਾਂ ਜਿਹੜੀ ਚੌਂਕੀ ਤਿਆਰ ਕੀਤੀ ਗਈ ਹੈ, ਉਹ ਸੁੰਦਰ ਸਫੈਦ ਬਸਤਰ ਉੱਪਰ ਵਿਛਾਇਆ ਗਿਆ ਹੈ ਤੇ ਹੋਰ ਚੌਗਿਰਦੇ ਬਹੁਤ ਸੁੰਦਰ ਹੈ ਜੀ, ਬਹੁਤ ਸੁੰਦਰ ਹੈ ਜੀ। ਬੈਠੇ ਸ੍ਰੀ ਸਤਿਗੁਰ ਜੀ ਤਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਦਿਨ ਕਚਹਿਰੀ ਵਿੱਚ ਹਾਜ਼ਰ ਹੋ ਕਰਕੇ ਉਸ ਚੌਂਕੀ ਉੱਪਰ ਵਿਰਾਜਮਾਨ ਹੋਏ ਸਨ। ਅਖਲ ਕਚਹਿਰੀ ਪੂਰਨ ਪਈ। ਅਖਲ ਕਚਹਿਰੀ ਅਖੀਰ ਤੇ ਨਾ ਫਿਰ ਜਿਵੇਂ ਰੋਜ਼ਾਨਾ ਦੀ ਜੋ ਨੇਮ ਹੈ ਕਾਰਵਾਈ ਦੇ ਅਨੁਸਾਰ ਕਚਹਿਰੀ ਪੂਰਨ ਹੋਈ। ਭਾਵ ਬਾਦਸ਼ਾਹ ਔਰੰਗਜ਼ੇਬ ਵੀ ਆ ਕੇ ਬੈਠਾ, ਉਹਦੇ ਨਿੱਜੀ ਸਲਾਹਕਾਰ ਵੀ ਆ ਕੇ ਬੈਠੇ, ਹੋਰ ਜਿਹੜੇ ਮੰਤਰੀ ਆਦਿਕ ਹਨ ਉਹ ਵੀ ਆ ਕੇ ਬੈਠੇ, ਕਾਜੀ ਮੁਲਾਣੇ ਜਿਹੜੇ ਹਨ, ਜਿਹੜੇ ਬੜਾ ਜ਼ੋਰ ਦਿੰਦੇ ਸਨ ਵੀ ਬਾਦਸ਼ਾਹ ਤੂੰ ਹੀ ਹੈ ਜਿਹੜਾ ਦੁਨੀਆ ਭਰ ਵਿੱਚ ਇਸਲਾਮ ਨੂੰ ਕਾਮਯਾਬ ਕਰ ਸਕਦਾ, ਉਹ ਵੀ ਆ ਕੇ ਬੈਠੇ। ਸੋ ਕਚਹਿਰੀ ਇਉਂ ਸੰਪੂਰਨ ਹੋ ਗਈ ਹੈ ਤੇ ਹੁਣ ਇਸ ਤੋਂ ਅਗਲੀ ਕਾਰਵਾਈ ਜੋ ਹੈ ਉਹ ਹੋਣੀ ਹੈ ਜੀ। ਮੁਕਤਾ ਹੀਰਨ ਤੇ ਦੁੱਤ ਨਹੀਂ। ਮੁਕਤਾ ਹੀਰਨ ਭਾਵ ਇੱਕ ਤੋਂ ਇੱਕ ਸਿਆਣਾ ਆਪਣੇ ਆਪ ਦੇ ਵਿੱਚ ਉਸ ਕਚਹਿਰੀ ਦੇ ਵਿੱਚ ਆ ਕਰਕੇ ਹਾਜ਼ਰ ਹੋ ਬੈਠਾ ਹੈ ਜੀ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਕੇ ਨੰਦਨ ਬੰਦਨ ਜੋਗ। ਸ਼ਾਂਤ ਮਤੀ ਬੈਠੇ ਪ੍ਰਭੂ ਦੇਖਤ ਭੇ ਸਭ ਲੋਗ। ਇਸ ਤੋਂ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦੇ ਨੰਦਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸਥਾਨਪੁਰ ਜਾ ਕਰਕੇ ਵਿਰਾਜਮਾਨ ਹੋਏ। ਨਾਲ ਉਹਨਾਂ ਨੇ ਸ਼ਬਦ ਕਹੇ ਹਨ ਨੰਦਨ ਬੰਦਨ ਜੋਗ। ਬੰਦਨ ਤੋਂ ਭਾਵ ਜਿਨ੍ਹਾਂ ਦੇ ਚਰਨਾਂ ਵਿੱਚ ਸਦੀਵ ਹੀ ਸੀਸ ਨਵਾਇਆ ਹੋਇਆ ਸੋਭਦਾ ਹੈ। ਬੰਦਨਾ ਯੋਗ ਨੇ ਜਿਹੜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਚਰਨਾਂ ਵਿੱਚ ਸਦੀਵ ਹੀ ਸੀਸ ਨਵਾਇਆ ਸਾਡਾ ਸਭ ਦਾ ਸੋਭਦਾ ਹੈ। ਸ਼ਾਂਤ ਚਿੱਤ ਬੈਠੇ ਪ੍ਰਭੂ ਮਹਾਰਾਜ ਉਸ ਸਥਾਨ ਤੇ ਵੀ ਬੈਠੇ ਨੇ, ਲੇਕਿਨ ਇਤਨੇ ਸ਼ਾਂਤ ਚਿੱਤ ਨੇ ਕਿ ਦੁਸ਼ਟ ਦੀ ਕਚਹਿਰੀ ਵਿੱਚ ਆ ਕਰਕੇ ਦੁਸ਼ਮਣ ਦੇ ਹੱਥੋਂ ਗ੍ਰਿਫਤਾਰ ਹੋ ਕਰਕੇ ਵੀ ਅੰਦਰ ਕੋਈ ਕਿਸੇ ਗੱਲ ਦਾ ਭੈ ਨਹੀਂ ਹੈ। ਜਿਵੇਂ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਗੁਰਮੁਖੋ ਭੈ ਕਾਹੂ ਕੋ ਦੇਤਨ ਹੈ, ਨਹਿ ਪੈਮਾਨ ਧਿਆਨ ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਮਹਾਰਾਜ ਸੱਚੇ ਪਾਤਸ਼ਾਹ ਇਸ ਵਿਦ ਵਿਰਾਜਮਾਨ ਹੋ ਕੇ ਬੈਠੇ ਅਡੋਲ, ਕਿਸੇ ਬਾਤ ਦਾ ਕੋਈ ਭੈ ਨਹੀਂ ਹੈ, ਭਾਵੇਂ ਕਿ ਉਹ ਸਾਰੀ ਸਭਾ ਇਕੱਤਰ ਸਾਹਮਣੇ ਬੈਠੀ ਹੈ, ਲੇਕਿਨ ਮਹਾਰਾਜ ਹਰ ਵਿਚਾਰ ਕਰਨ ਦੇ ਲਈ ਉਹਨਾਂ ਦੇ ਸਨਮੁਖ ਬੈਠ ਗਏ ਸਨ। ਚੌਪਈ ਤੁਰਕੇਸਰ ਹੰਕਾਰ ਵਿਸਾਲਾ। ਤੁਰਕੇਸ਼ਰ ਭਾਵ ਜਿਹੜਾ ਸਮੇਂ ਦਾ ਹੁਕਮਰਾਨ ਤੁਰਕ ਬਾਦਸ਼ਾਹ ਹੈ। ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਹੰਕਾਰ ਵਿਸਾਲਾ, ਬੜੇ ਹੰਕਾਰ ਵਿੱਚ ਮੱਤਿਆ ਹੋਇਆ। ਤੇ ਖਾਸ ਕਰਕੇ ਆ ਹੁਣ ਦਾ ਸਮਾਂ ਇਉਂ ਵੇਖ ਲਈਏ ਇਸ ਨੂੰ, ਭਾਵ ਜਿਸ ਵਕਤ ਬਾਦਸ਼ਾਹ ਕਹਿੰਦਾ ਹੈ ਵੀ ਮੈਂ ਇਹ ਸਾਰੇ ਹਿੰਦੁਸਤਾਨ ਦੇਸ਼ ਦੇ ਵਿੱਚ ਸਭ ਕਿਸੇ ਨੂੰ ਇਸਲਾਮੀ ਬਣਾ ਦੇਣਾ, ਫਿਰ ਅੱਗੇ ਸ਼ਰਤ ਆਈ ਵੀ ਜੇਕਰ ਆਪ ਗੁਰੂ ਤੇਗ ਬਹਾਦਰ ਜੀਆਂ ਦਾ ਧਰਮ ਤਬਦੀਲ ਕਰ ਲਓ ਤੇ ਅਸੀਂ ਸਾਰੇ ਹਿੰਦੁਸਤਾਨ ਦੇਸ਼ ਦੇ ਜਿੰਨੇ ਦਿਜਬਰ ਹਾਂ, ਸਨਾਤਨੀ ਹਾਂ, ਸਭ ਆਪਣੇ ਆਪ ਇਸਲਾਮੀ ਹੋ ਜਾਵਾਂ। ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਅੱਜ ਇਉਂ ਸਮਝ ਲਓ ਵੀ ਉਸ ਬਾਦਸ਼ਾਹ ਦੇ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾ ਕਰਕੇ ਵਿਰਾਜਮਾਨ ਹੋ ਗਏ। ਉਹਦਾ ਅੰਦਰ ਹੰਕਾਰ ਵਿੱਚ ਕਿੰਨਾ ਕੁ ਮੱਤਿਆ ਗਿਆ ਹੋਣਾ, ਕਿੰਨਾ ਕੁ ਹੰਕਾਰ ਵਿੱਚ ਉਹ ਬੌਲਾ ਹੋ ਗਿਆ ਹੋਣਾ। ਇਉਂ ਕਹਿ ਲਈਏ ਵੀ ਉਸ ਨੂੰ ਇਹ ਲੱਗਦਾ ਹੋਣਾ ਵੀ ਹੁਣ ਗੁਰੂ ਤੇਗ ਬਹਾਦਰ ਜੀ ਗ੍ਰਿਫਤਾਰ ਹੋ ਗਏ, ਇਹਨਾਂ ਨੂੰ ਤੁਰਕ ਬਣਾ ਕੇ ਤੇ ਬਾਕੀ ਸਾਰਾ ਦੇਸ਼ ਮੈਂ ਬਹੁਤ ਜਲਦੀ ਤੁਰਕ ਇਸਲਾਮ ਵਿੱਚ ਲੈ ਆਵਾਂਗਾ। ਸੋ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਤੁਰਕੇਸ਼ਰ ਹੰਕਾਰ ਵਿਸ਼ਾਲਾ। ਵਿਸ਼ਾਲਾ ਤੋਂ ਭਾਵ ਹੈ ਵੀ ਹੁਣ ਉਹਦੇ ਹੰਕਾਰ ਦੀ ਕੋਈ ਸੀਮਾ ਨਹੀਂ ਰਹੀ।
ਉਹ ਆਪਣੇ ਹੰਕਾਰ ਵਿੱਚ ਬਹੁਤ ਜ਼ਿਆਦਾ ਮੱਤਿਆ ਗਿਆ ਹੈ। ਦੁਸ਼ਟ ਨਰੰਗਾ ਮਹਿਤ ਕੁਚਾਲਾ। ਦੁਸ਼ਟ ਨੁਰੰਗਾ ਜਿਹੜਾ ਆਪਣੇ ਹੰਕਾਰ ਦੇ ਵਿੱਚ ਮੱਤਿਆ ਹੋਇਆ, ਇਹ ਦੁਸ਼ਟ ਬਾਦਸ਼ਾਹ ਬਹੁਤ ਕੁਚਾਲਾਂ ਚੱਲਦਾ ਹੈ ਜੀ। ਦੀਨ ਬਦਾਵਨ ਚਾਹਤ ਮੰਦ। ਆਪਣੇ ਦੀਨ ਨੂੰ ਵਧਾਉਣ ਦੇ ਲਈ ਇਹ ਸਭ ਕੁਝ ਕਰ ਰਿਹਾ ਹੈ। ਆਪਣੇ ਮਜ਼ਹਬ ਨੂੰ ਵਧਾਉਣ ਦੇ ਲਈ, ਇਸਲਾਮ ਨੂੰ ਵਧਾਉਣ ਦੇ ਲਈ ਇਸ ਢੰਗ ਦੇ ਨਾਲ ਇਹ ਕਾਰਜ ਕਰ ਰਿਹਾ ਹੈ ਜੀ। ਹਿੰਦੂ ਜਗ ਮੈਂ ਰਹਿ ਨ ਪੰਦ। ਚਾਹੁੰਦਾ ਹੈ ਵੀ ਇਸ ਜਗਤ ਵਿੱਚ ਕੋਈ ਹਿੰਦੂ ਨਜ਼ਰ ਨਾ ਆਵੇ, ਕੋਈ ਅਨਮਤ ਵਾਲਾ ਨਜ਼ਰ ਨਾ ਆਵੇ, ਸਭ ਕੋਈ ਦੀਨ ਇਸਲਾਮ ਸ਼ਰ੍ਹਾ ਦੇ ਅੰਦਰ ਹੋਵੇ ਜੀ। ਪਰਮੇਸ਼ਰ ਸੋ ਬੰਦੈ ਦਾਵਾ। ਇਸ ਤੋਂ ਅੱਗੇ ਭਾਈ ਸਾਹਿਬ ਜੀਆਂ ਨੇ ਜਿਹੜੇ ਆਹ ਬਚਨ ਲਿਖੇ ਨੇ ਨਾ, ਬੜੇ ਕਮਾਲ ਦੇ ਬੋਲ ਨੇ ਗੁਰਮੁਖੋ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕੈਸਾ ਮੂਰਖ ਬਾਦਸ਼ਾਹ ਹੈ, ਕੈਸਾ ਬੇਵਕੂਫ ਬਾਦਸ਼ਾਹ ਹੋਵੇਗਾ। ਔਰੰਗਜ਼ੇਬ ਆਪ ਅਨੁਮਾਨ ਲਾ ਕੇ ਵੇਖਣਾ, ਕਿਉਂਕਿ ਉਹਨਾਂ ਨੇ ਬਚਨ ਲਿਖੇ ਨੇ, ਪਰਮੇਸ਼ਰ ਸੋ ਬੰਦੈ ਦਾਵਾ। ਉਸ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਮੌਜ ਵਿੱਚ ਇਸ ਧਰਤੀ ਤੇ ਜੋ ਕੁਝ ਬਣਾਇਆ ਹੈ, ਜਿਸ ਮਨੁੱਖ ਨੂੰ ਜਿਸ ਧਰਮ ਵਿੱਚ ਪ੍ਰਵਰਤ ਕੀਤਾ, ਤੇ ਜੇ ਕੋਈ ਮੂੜ ਆਖੇ ਵੀ ਅਸੀਂ ਉਹਦੇ ਨਿਯਮ ਨੂੰ ਹੀ ਬਦਲ ਦੇਵਾਂਗੇ, ਉਹਦੀ ਮਰਿਆਦਾ ਨੂੰ ਹੀ ਖੰਡਿਤ ਕਰ ਦੇਵਾਂਗੇ, ਇਹਦਾ ਮਤਲਬ ਤਾਂ ਇਹ ਨਹੀਂ ਵੀ ਪਰਮੇਸ਼ਵਰ ਦੇ ਨਾਲ ਮੱਥਾ ਲਾਉਣਾ। ਅਕਾਲ ਪੁਰਖ ਪਰਮਾਤਮਾ ਦੇ ਵਿਧਾਨ ਨੂੰ ਖੰਡਿਤ ਕਰਨਾ, ਅਕਾਲ ਪੁਰਖ ਪਰਮਾਤਮਾ ਦੇ ਨਾਲ ਦਾਵਾ ਬੰਨਣਾ ਵੀ ਤੇਰੀ ਰਚਨਾ ਗਲਤ ਹੈ, ਇਹਨੂੰ ਅਸੀਂ ਠੀਕ ਕਰਾਂਗੇ। ਭਾਈ ਸਾਹਿਬ ਜੀ ਕਹਿਣ ਲੱਗੇ, ਐਸਾ ਬਾਦਸ਼ਾਹ ਹੈ ਹੰਕਾਰ ਦੇ ਵਿੱਚ ਆ ਕਰਕੇ ਪਰਮੇਸ਼ਵਰ ਨਾਲ ਦਾਅਵੇ ਬੰਨਣ ਬੈਠ ਗਿਆ ਹੈ ਵੀ ਹੁਣ ਤੈਨੂੰ ਪਤਾ ਨਹੀਂ ਲੱਗਾ, ਤੂੰ ਇਸ ਧਰਮ ਨੂੰ, ਇਹ ਮਨੁੱਖ ਇਸ ਧਰਮ ਵਿੱਚ ਨੇ, ਇਹਨਾਂ ਦਾ ਧਰਮ ਗਲਤ ਹੈ ਤੇ ਇਹਨਾਂ ਨੂੰ ਹੁਣ ਮੈਂ ਠੀਕ ਕਰਾਂਗਾ। ਇਸ ਕਰਕੇ ਇਹ ਬਹੁਤ ਵੱਡੀ ਇਸ ਬਾਦਸ਼ਾਹ ਦੀ ਇੱਕ ਮੂਰਖਤਾ ਹੈ, ਕਿਉਂਕਿ ਅੱਜ ਉਹ ਪੁਰਖ ਪਰਮੇਸ਼ਵਰ ਦੇ ਅਵਤਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਨਮੁਖ ਬੈਠੇ ਨੇ, ਤੇ ਸਾਰੀ ਬਾਤ ਉਹਨਾਂ ਦੇ ਨਾਲ ਸ਼ੁਰੂ ਹੋਣੀ ਹੈ। ਧਰਮ ਨੂੰ ਤਬਦੀਲ ਕਰਨ ਦੀ ਵਾਰਤਾਲਾਪ ਇੱਥੋਂ ਸ਼ੁਰੂ ਹੋਣੀ ਹੈ। ਸੋ ਇਸ ਕਰਕੇ ਪਰਮੇਸ਼ਰ ਸੋ ਬੰਦੈ ਦਾਵਾ, ਜਿਹੜਾ ਆਪਣੇ ਆਪ ਦਾ ਮੁਕਾਬਲਾ ਹੁਣ ਇੱਕ ਪਰਮਾਤਮਾ ਪਰਮੇਸ਼ਰ ਗੁਰੂ ਦੇ ਨਾਲ ਕਰਨ ਲੱਗਾ ਹੈ। ਮਹਾ ਮੂੜ ਮਤ ਤੇ ਗਰਬਾਵਾ। ਜਿਹੜਾ ਇਉਂ ਸਮਝ ਲਓ ਵੀ ਮਤ ਕਰਕੇ ਸਿਰੇ ਦਾ ਮੂਰਖ ਬਾਦਸ਼ਾਹ ਹੈ, ਜਿਹਦੀ ਮਤ ਹੰਕਾਰ ਵਿੱਚ ਮਸਤ ਹੋ ਗਈ ਹੈ ਤੇ ਹੁਣ ਉਸ ਨੂੰ ਚੰਗੇ ਮੰਦੇ ਦੀ ਕੁਝ ਸੋਝੀ ਨਹੀਂ ਹੈ ਜੀ। ਨਿਸਕੰਟਕ ਜਿਸ ਰਾਜ ਮਹਾਨਾ। ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਸ ਦਾ ਰਾਜ ਚੌ ਜੁਗਾਂ ਤੋਂ ਅਟਲ ਹੈ, ਵੱਡਾ ਰਾਜ ਹੈ ਜੀ। ਸਤਰੂ ਕਹੂ ਸੁਨੈ ਨਹਿ ਕਾਨਾ। ਤੇ ਅੱਜ ਤੱਕ ਨਹੀਂ ਸੁਣਿਆ ਵੀ ਉਸ ਪਰਮਾਤਮਾ ਦੇ ਰਾਜ ਦਾ ਕੋਈ ਸ਼ਤਰੂ ਇਸ ਦੁਨੀਆ ਤੇ ਰਿਹਾ ਹੋਵੇ। ਭਾਵ ਜਿਹੜਾ ਉਸ ਪਰਮਾਤਮਾ ਨਾਲ ਸ਼ਰੀਕੀ ਪਾਉਂਦਾ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦੀ ਮਰਿਆਦਾ ਦੇ ਉਲੰਘਣ ਕਰਦਾ ਹੈ, ਉਲਟ ਹੁੰਦਾ, ਫਿਰ ਨਿਸ਼ਚੇ ਹੀ ਉਸ ਦਾ ਇੱਕ ਦਿਨ ਖਾਤਮਾ ਹੋ ਜਾਂਦਾ। ਤੇ ਉਹੀ ਕੁਝ ਇਸ ਬਾਦਸ਼ਾਹ ਦਾ ਹੋਇਆ। ਇਹ ਆਪ ਨਹੀਂ ਖਤਮ ਹੋਇਆ, ਸਾਰਾ ਇਸਲਾਮ ਡੋਬ ਕੇ ਰੱਖ ਦਿੱਤਾ ਇਸਨੇ। ਸੋ ਉਸ ਵਕਤ ਇਸ ਦੇ ਨਾਲ ਐਸਾ ਕੁਝ ਹੋਇਆ, ਇਸਨੇ ਸਾਰੇ ਰਾਜ ਦਾ ਖਾਤਮਾ ਕਰ ਲਿਆ। ਜਿਵੇਂ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਨੇ, ਸਤਰੂ ਕਹੂੰ ਸੁਨਿਓ ਨਹਿ ਕਾਨਾ ਹੈ। ਸੋ ਉਹ ਜਿਹੜਾ ਪਰਮਾਤਮਾ ਹੈ, ਉਸ ਦਾ ਕੋਈ ਵੈਰੀ ਕੰਨਾਂ ਨਾਲ ਨਹੀਂ ਸੁਣਿਆ। ਭਾਵ ਅੱਜ ਤੱਕ ਆਪਾਂ ਨੇ ਸੁਣਿਆ ਨਹੀਂ ਹੈ ਵੀ ਉਹਦਾ ਕੋਈ ਇਸ ਢੰਗ ਦੇ ਨਾਲ ਵੈਰੀ ਹੋ ਕੇ ਸੰਸਾਰ ਵਿੱਚ ਰਿਹਾ ਹੋਵੇ। ਚਾਰੋ ਦਿਸ਼ਾ ਚਮੂ ਜਿਸ ਫਿਰਈ। ਚਾਰੋ ਦਿਸ਼ਾ ਜਿਸ ਪਰਮਾਤਮਾ ਦੀ ਸਾਜੀ ਹੋਈ ਫੌਜ, ਹਰ ਦੇਸ਼ ਹਰ ਥਾਂ ਤੇ ਹੈ ਜੀ। ਸਕਲ ਦੇਸ਼ ਸਦ ਹੀ ਅਨਸਰਈ। ਜਿਸ ਦੀ ਆਗਿਆ ਦੇ ਅੰਦਰ ਸਾਰੀ ਕਾਇਨਾਤ, ਸਾਰੇ ਦੇਸ਼, ਕੁੱਲ ਜਹਾਨ ਹੈ ਜੀ। ਮਾਰਹਿ ਬੰਦੈ ਲੇਵੈ ਛੀਨ। ਜਿਹੜਾ ਪਰਮਾਤਮਾ ਆਪਣੀ ਮੌਜ ਦੇ ਵਿੱਚ ਜਦੋਂ ਕਿਤੇ ਕੋਈ ਕਰਤੱਵ ਕਰਦਾ ਹੈ, ਉਹ ਆਪਣੀ ਮੌਜ ਦੇ ਅੰਦਰ ਹੀ ਖਾਤਮਾ ਕਰ ਦਿੰਦਾ ਹੈ, ਮੌਜ ਦੇ ਅੰਦਰ ਹੀ ਬੰਨ੍ਹ ਲੈਂਦਾ ਹੈ, ਮੌਜ ਦੇ ਅੰਦਰ ਹੀ ਉਹ ਵਸਤੂ ਛੀਨ ਲੈਂਦਾ ਜੋ ਉਸਨੇ ਦਿੱਤੀ ਹੁੰਦੀ ਹੈ। ਜੇ ਰਾਜ ਦਿੰਦਾ ਤੇ ਲੈਣ ਦੀਆਂ ਜੁਗਤਾਂ ਵੀ ਉਹਦੇ ਪਾਸ ਨੇ, ਜੇ ਜਨਮ ਦਿੰਦਾ ਤੇ ਮਾਰਨ ਦੀਆਂ ਜੁਗਤਾਂ ਵੀ ਉਹਦੇ ਕੋਲ ਹੈ ਨਹੀਂ, ਜੇ ਸੁੱਖ ਦਿੰਦਾ ਤੇ ਦੁੱਖ ਦੀ ਚਾਬੀ ਵੀ ਉਹਦੇ ਹੱਥ ਵਿੱਚ ਹੈ। ਇਸ ਲਈ ਉਹ ਇਤਨਾ ਸਰਬੱਗ ਸਮਰੱਥ ਹੈ ਕਿ ਉਹਦੇ ਤੋਂ ਕੋਈ ਅੱਜ ਤੱਕ ਵੱਡਾ ਨਹੀਂ ਹੋ ਸਕਿਆ। ਤੇ ਜਿਹੜਾ ਦੁਸ਼ਟ ਮਨੁੱਖ ਉਹਦੀ ਅਵੱਗਿਆ ਕਰੇ, ਉਹਦੀ ਤੁਹੀਨ ਕਰੇ, ਭਾਵੇਂ ਕਵੇ ਵੀ ਉਹਦੀ ਮਰਿਆਦਾ ਗਲਤ ਹੈ, ਇਹਨੂੰ ਅਸੀਂ ਠੀਕ ਕਰਾਂਗੇ, ਸੋ ਇਸ ਵਿਧ ਫਿਰ ਉਹਦਾ ਜਿਹੜਾ ਸਰਵਨਾਸ਼ ਹੁੰਦਾ ਹੈ ਜੀ। ਸਰਬ ਨਰੇਸ਼ ਬਸੀ ਨਿਜ ਕੀਨ। ਹੁਣ ਤੱਕ ਦੇ ਦੁਨੀਆ ਦੇ ਜਿਤਨੇ ਵੀ ਰਾਜੇ ਤਖਤਾਂ ਤੇ ਬੈਠੇ ਹਨ, ਸਭ ਉਸੇ ਦੇ ਬਣਾਏ ਤੇ ਤਖਤਾਂ ਤੇ ਬੈਠੇ ਹਨ। ਜਦੋਂ ਉਸ ਨੇ ਮਿਟਾਇਆ, ਸਭ ਖਤਮ ਹੋ ਗਿਆ। ਇਸ ਲਈ ਉਹ ਕਹਿ ਸਕਦੇ ਹਾਂ ਵੀ ਸਾਰੀ ਦੁਨੀਆ ਦੇ ਰਾਜੇ ਹੀ ਉਸ ਦੇ ਹੁਕਮ ਅੰਦਰ ਹਨ। ਜਿਮ ਰਾਵਨ ਤ੍ਰੈ ਲੋਕਨ ਰਾਜਾ। ਜਿਵੇਂ ਅਸੀਂ ਸੁਣਦੇ ਆਏ ਹਾਂ,
ਰਾਮ ਤ੍ਰੇਤੇ ਯੁੱਗ ਦੇ ਅੰਦਰ ਰਾਵਣ ਜਿਹੜਾ ਹੈ ਤ੍ਰੈ ਲੋਕਨ ਰਾਜਾ, 3 ਲੋਕਾਂ ਦਾ ਰਾਜਾ ਮੰਨਿਆ ਜਾਂਦਾ ਹੈ। ਤਿਮ ਇਸ ਛਿਨ ਪਰ ਸਹਿਤ ਸਮਾਜਾ। ਤੇ ਉਸ ਦੇ ਸਮੇਂ ਜੋ ਜਿਸ ਢੰਗ ਦੇ ਨਾਲ ਉਹਦੀ ਜਿਤਨੀ ਪ੍ਰਸਿੱਧੀ ਹੈ, ਸਰਬ ਸੋਇਣ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ ਕਹਾਂ ਪਿਓ ਦਰਬਾਂਦੇ ਹਾਥੀ ਤਿਨ ਤਰ ਮੂੜ ਬੁਲਾਏ। ਸੋ ਜਿਤਨੀ ਵੀ ਉਸ ਸਮੇਂ ਦੀ ਉਹਦੀ ਪ੍ਰਸਿੱਧੀ ਹੈ ਉਹ ਸਭ ਪਰਮਾਤਮਾ ਨੇ ਦਿੱਤੀ ਹੈ, ਤੇ ਫਿਰ ਸਮੇਂ ਅਨੁਸਾਰ ਉਹਦਾ ਨਾਸ਼ ਵੀ ਹੋਇਆ ਹੈ। ਚਾਰੋ ਉਰ ਖਰੇ ਕਰ ਜੋਰੇ। ਚਾਰੋਂ ਔਰ ਭਾਵ ਇਤਨੀ ਪ੍ਰਸਿੱਧੀ ਹੈ ਵੀ ਉਹਦੇ ਜਿਹੜੇ ਮੰਤਰੀ, ਅਹਿਲਕਾਰ, ਸਿਪਾਹੀ ਆਦਿਕ ਚਾਰੋਂ ਔਰ ਖਲੋਂਦੇ ਹਨ। ਜੇ ਨਿਰਪ ਵੱਡੇ ਸਬਨ ਸਿਰ ਮੋਰੇ। ਵੱਡੇ ਛੋਟੇ ਜਿਤਨੇ ਵੀ ਰਾਜੇ ਆਦਿਕ ਹਨ, ਸਭ ਉਹਦੇ ਪਾਸ ਉਹਦੀ ਤਾਕਤ ਦੇ ਅੰਦਰ ਸਨ। ਸ੍ਰੀ ਸਤਿਗੁਰ ਬੋਲੇ ਤੇ ਸਾਥ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਵਕਤ ਔਰੰਗਜ਼ੇਬ ਦੀ ਕਚਹਿਰੀ ਅੰਦਰ ਹਾਜ਼ਰ ਹੋਏ, ਮਹਾਰਾਜ ਇੱਥੇ ਵੀ ਉਹੀ ਦ੍ਰਿਸ਼ ਵੇਖ ਰਹੇ ਹਨ। ਮਹਾਰਾਜ ਤੇ ਸ਼ਾਂਤ ਚਿੱਤ ਬੈਠੇ ਸਨ, ਲੇਕਿਨ ਜੋ ਕੁਝ ਉੱਥੇ ਵਰਤ ਰਿਹਾ ਹੈ ਤੇ ਜਿਸ ਢੰਗ ਦੇ ਨਾਲ ਇਹ ਅਹਿਲਕਾਰ ਜਾਂ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਜਿਵੇਂ ਆਪਣੇ ਜਿਹੜੇ ਕਾਰਜ ਹਨ ਕਰਨ ਵਿੱਚ ਉਤਾਵਲਾ ਹੈ, ਮਹਾਰਾਜ ਫਿਰ ਇਹ ਸਭ ਕੁਝ ਜਾਣਦੇ ਹੋਏ ਤੇ ਪ੍ਰਮਾਤਮਾ ਦੀ ਮੌਜ, ਜਿਹੜੇ ਪਿੱਛੇ 2-4 ਵਚਨ ਆਏ ਨੇ ਨਾ ਭਾਈ ਸਾਹਿਬ ਜੀਆਂ ਦੇ, ਪਰਮਾਤਮਾ ਕਿੱਡਾ ਵੱਡਾ ਰਾਜਾ ਹੈ, ਉਹਦੀ ਮੌਜ ਕੀ ਹੈ, ਕਿਵੇਂ ਬਣਾਉਂਦਾ, ਕਿਵੇਂ ਢਾਉਂਦਾ, ਕਿਵੇਂ ਉਹਦੀ ਖੇਡ ਹੈ, ਉਹ ਸਾਰਾ ਕੁਝ ਚਿਤਾਰਦੇ ਹੋਏ ਫਿਰ ਮਹਾਰਾਜ ਆਪਣੀ ਮੌਜ ਵਿੱਚ ਇਉਂ ਬਚਨ ਕਰਦੇ ਹਨ। ਕਿਆ ਹਮ ਸੋ ਕਹਿ ਦਿੱਲੀ ਨਾਥ। ਮਹਾਰਾਜ ਬੋਲੇ, ਕਹਿਣ ਲੱਗੇ, ਦਿੱਲੀ ਪਤ ਰਾਜਾ ਔਰੰਗਜ਼ੇਬ, ਤੂੰ ਸਾਨੂੰ ਕੀ ਕਹਿਣਾ ਚਾਹੁੰਦਾ ਹੈ, ਕਿਸ ਕਰਕੇ ਗ੍ਰਿਫਤਾਰ ਕਰਵਾਇਆ ਹੈ ਜੀ? ਕੌਣ ਕਾਜ ਹਮਰੇ ਬਦ ਜੋਆ। ਮਹਾਰਾਜ ਕਹਿਣ ਲੱਗੇ, ਸਾਨੂੰ ਦੱਸਿਆ ਤੇ ਹੈ ਨਹੀਂ ਵੀ ਸਾਡੇ ਲਾਇਕ ਕਿਹੜਾ ਕਾਰਜ ਹੈ, ਕੀ ਕਾਰਜ ਸਾਡੇ ਤੋਂ ਕਰਵਾਉਣਾ ਹੈ। ਜੋ ਤੁਮ ਤੇ ਨ ਪੂਰਨ ਹੋਆ। ਐਸਾ ਕਿਹੜਾ ਕਾਰਜ ਹੈ ਜਿਹੜਾ ਤੇਰੇ ਪਾਸ ਤੋਂ ਪੂਰਨ ਨਹੀਂ ਹੋਇਆ। ਇੱਕ ਬਾਦਸ਼ਾਹ ਹੋ ਕੇ ਤੂੰ ਉਸ ਕਾਰਜ ਵਿੱਚ ਸਫਲ ਨਹੀਂ ਹੋ ਸਕਿਆ ਤੇ ਤੂੰ ਸਾਨੂੰ ਗ੍ਰਿਫਤਾਰ ਕਰਵਾਇਆ। ਐਸਾ ਕੋਈ ਕਾਰਜ, ਕਿਹੜਾ ਕਾਰਜ ਹੈ ਜਿਹੜਾ ਤੈਥੋਂ ਪੂਰਾ ਨਹੀਂ ਹੋਇਆ ਤੇ ਤੂੰ ਸਾਥੋਂ ਕਰਵਾਉਣਾ ਚਾਹੁੰਦਾ ਹੈ ਜੀ? ਸੁਨਤ ਦੁਰਾਮਤ ਮੂਰਖ ਮਾਨੀ। ਤੇ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਬੋਲ ਇਸ ਬਾਦਸ਼ਾਹ ਨੇ ਸੁਣੇ, ਭਾਈ ਸਾਹਿਬ ਜੀ ਕਹਿੰਦੇ ਹਨ, ਮੂਰਖ ਮਤ ਵਾਲਾ ਇਹ ਔਰੰਗਜ਼ੇਬ ਬਾਦਸ਼ਾਹ ਮਹਾ ਪਾਪ ਕਰਤਾ ਧਰਮ ਹਾਨੀ। ਜੋ ਕਿ ਧਰਮ ਦੀ ਹਾਨੀ ਕਰ ਰਿਹਾ ਹੈ, ਵੱਡਾ ਮਹਾ ਪਾਪ ਕਰ ਰਿਹਾ ਹੈ ਜੀ। ਅਸ ਨਰੰਗ ਬੋਲਿਓ ਮਮ ਕਾਜ। ਜਿਹੜਾ ਨਰੰਗਾ ਬਾਦਸ਼ਾਹ ਸੀ ਬਾਦਸ਼ਾਹ ਔਰੰਗਜ਼ੇਬ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਾਤ ਸੁਣ ਕਰਕੇ ਇਉਂ ਬੋਲ ਕੇ ਜਵਾਬ ਦਿੰਦਾ ਹੈ ਕਿ ਮੇਰਾ ਇਹ ਕਾਰਜ ਹੈ ਜੋ ਕਹੋ ਸੁਨੋ ਤੁਮ ਆਜ। ਮੇਰਾ ਜਿਹੜਾ ਕਾਰਜ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ, ਲੇਕਿਨ ਤੁਹਾਨੂੰ ਸੁਣਨਾ ਪਵੇਗਾ ਤੇ ਇਕੱਲਾ ਸੁਣਨਾ ਹੀ ਨਹੀਂ, ਤੁਹਾਨੂੰ ਇਹ ਕਰਨਾ ਵੀ ਪੈਣਾ ਹੈ। ਸਭ ਜਗ ਮੁਸਲਮਾਨ ਕਰ ਦੇਣਾ। ਬਾਦਸ਼ਾਹ ਕਹਿਣ ਲੱਗਾ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਸਾਰਾ ਸੰਸਾਰ ਹੈ ਇਹਦੇ ਅੰਦਰ ਕੇਵਲ ਇੱਕ ਹੀ ਧਰਮ ਹੋਣਾ ਚਾਹੀਦਾ। ਕਿਹੜਾ? ਸਭ ਜਗ ਮੁਸਲਮਾਨ ਕਰ ਦੇਣਾ। ਇਸ ਸੰਸਾਰ ਵਿੱਚ ਕੇਵਲ ਇੱਕ ਹੀ ਧਰਮ, ਸਾਰਾ ਸੰਸਾਰ ਜਿਹੜਾ ਹੈ ਇਸਲਾਮ ਨੂੰ ਧਾਰਨ ਕਰ ਲਵੇ। ਏਕ ਮਈ ਸਭ ਕੋ ਪਿਖ ਲੈਣਾ। ਤੇ ਬਾਦਸ਼ਾਹ ਕਹਿਣ ਲੱਗਾ, ਮੈਂ ਵੇਖਣਾ ਚਾਹਣਾ ਆਪਣੇ ਜੀਂਦੇ ਜੀ ਜਦੋਂ ਤੱਕ ਇਸ ਤਖਤ ਤੇ ਹਾਂ, ਮੈਂ ਇਹ ਦੇਖਣਾ ਚਾਹੁੰਦਾ ਵੀ ਇਸ ਸੰਸਾਰ ਵਿੱਚ ਕੇਵਲ ਤੇ ਕੇਵਲ ਮੈਨੂੰ ਮੁਸਲਮਾਨ ਧਰਮ ਦਿਸਣਾ ਚਾਹੀਦਾ, ਦੂਜਾ ਕੋਈ ਨਾ ਹੋਵੇ। ਬਚਨ ਨੇ ਏਕ ਮਈ ਸਭ ਕੋ ਪਿਖ ਲੀਨਾ। ਇਹਦੇ ਭਾਵ ਅਰਥ ਨੇ, ਮੈਂ ਆਪਣਿਆਂ ਇਹਨਾਂ ਅੱਖਾਂ ਨਾਲ ਵੇਖਣਾ ਚਾਹੁੰਦਾ ਬਾਦਸ਼ਾਹ ਹੁੰਦਿਆਂ ਕਿ ਇਸ ਧਰਤੀ ਤੇ ਇੱਕ ਹੀ ਧਰਮ ਜਿਹੜਾ ਹੈ ਕੇਵਲ ਇਸਲਾਮ ਧਰਮ ਹੋਵੇ, ਬਾਕੀ ਕੋਈ ਧਰਮ ਨਾ ਹੋਵੇ, ਬਾਕੀ ਸਭ ਖਾਤਮਾ ਕਰ ਦਿੱਤਾ ਜਾਏ। ਹਿੰਦੂ ਰਹਿ ਨ ਪੂਮੈ ਕੋ। ਇਸ ਧਰਤੀ ਤੇ ਕੋਈ ਦੂਸਰਾ ਧਰਮ, ਖਾਸ ਕਰ ਸਨਾਤਨੀ ਮਤ ਹਿੰਦੂ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ, ਤੇ ਇਸੇ ਕਰਕੇ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਕਰਕੇ ਹੀ ਇਹ ਸਭ ਕਾਰਜ ਹੋਇਆ, ਕਿਉਂਕਿ ਹਿੰਦੂ ਧਰਮ ਦੇ ਖਾਤਮੇ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। ਜੋ ਕੁਝ ਪਿੱਛੇ ਕਸ਼ਮੀਰੀ ਪੰਡਤਾਂ ਨੇ ਬਾਤ ਕਹੀ ਸੀ, ਮੈਂ ਨਹੀਂ ਦੇਖਣਾ ਚਾਹੁੰਦਾ ਵੀ ਮੇਰੇ ਬਾਦਸ਼ਾਹ ਹੁੰਦਿਆਂ ਇਸ ਧਰਤੀ ਤੇ ਕੋਈ ਹੋਰ ਹਿੰਦੂ ਜਾਂ ਕੋਈ ਹੋਰ ਮਤ ਵਾਲਾ ਰਹੇ ਜੀ। ਇਹ ਨਿਸ਼ਚਾ ਹਮਰੇ ਦਿੜ ਹੋਊ। ਬਸ ਇਹੀ ਨਿਸ਼ਚਾ ਹੈ ਮੇਰਾ, ਤੇ ਇਸੇ ਨਿਸ਼ਚੇ ਤੇ ਹੀ ਦ੍ਰਿੜ ਹੋ ਕਰਕੇ ਮੈਂ ਇਹ ਸਾਰਾ ਕਾਰਜ ਕਰ ਰਿਹਾ, ਤੇ ਇਸੇ ਨਿਸ਼ਚੇ ਕਰਕੇ ਹੀ ਆਪ ਜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਚੋ ਹਿੰਦਨ ਕੋ ਮਤ ਕੂੜਾ। ਤੇ ਬਾਦਸ਼ਾਹ ਔਰੰਗਜ਼ੇਬ ਨੂੰ ਜਿਸ ਵਕਤ ਸਤਿਗੁਰਾਂ ਨੇ ਪੁੱਛਿਆ ਵੀ ਇਹ ਕਿਉਂ ਨਹੀਂ ਹੋਣਾ ਚਾਹੀਦਾ, ਭਾਵ ਇਹਨਾਂ ਅੰਦਰ ਕੀ ਖੁਟਿਆਈ ਹੈ, ਕੀ ਕਮੀ ਹੈ, ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਪੁੱਛਦੇ ਹਨ ਤੇ ਬਾਦਸ਼ਾਹ ਅੱਗੋਂ ਕਹਿੰਦਾ, ਕਾਚਨ ਹਿੰਦਨ ਕੋ ਮਤ ਕੂੜਾ। ਭਾਵੇਂ ਉਹ ਮਨੁੱਖ ਨੇ ਜਿਨ੍ਹਾਂ ਦਾ ਮਤ ਝੂਠਾ ਹੈ,
ਜਿਹੜੇ ਧਰਮ ਕਰਕੇ ਕੱਚੇ ਹਨ, ਜਿਨ੍ਹਾਂ ਦੇ ਧਰਮ ਅੰਦਰ ਕੋਈ ਪਕਿਆਈ ਨਹੀਂ ਹੈ ਤੇ ਜਿਨ੍ਹਾਂ ਦਾ ਮਤ ਜਿਹੜਾ ਹੈ ਉਹ ਕੋਈ ਸੱਚ ਦੀ ਬਾਤ ਨਹੀਂ ਕਰਦਾ, ਇਹ ਇਸਲਾਮੀ ਉਹ ਸਮੇਂ ਦਾ ਹੁਕਮਰਾਨ ਬਾਦਸ਼ਾਹ ਮੰਨਦਾ, ਜਾਂ ਉਹਦੇ ਜਿਹੜੇ ਹਮਾਇਤੀ ਕਾਜੀ ਮੁਲਾਣੇ ਨੇ ਉਹਨਾਂ ਦੀ ਬਾਤ ਹੈ। ਸੋ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਮੈਂ ਤੇ ਇਹ ਤਾਂ ਕਹਿ ਰਿਹਾ ਕਿਉਂਕਿ ਇਹਨਾਂ ਦਾ ਜਿਹੜਾ ਮਤ ਹੈ ਉਹ ਝੂਠਾ ਹੈ ਤੇ ਇਹ ਧਰਮ ਕਰਕੇ ਕੱਚੇ ਹਨ। ਬਕੈ ਤੂਫਾਨ ਮਿਲੈ ਗਨ ਮੂੜਾ। ਬਕੈ ਤੂਫਾਨ ਭਾਵੇਂ ਜੋ ਕੁਝ ਵੀ ਕਹਿੰਦੇ ਹਨ ਧਰਮ ਦੇ ਸੰਬੰਧ ਅੰਦਰ, ਜੋ ਕੁਝ ਬੋਲਦੇ ਹਨ ਜਾਂ ਜੋ ਵੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ, ਇਹ ਆਪਣੇ ਮੁਖ ਤੋਂ ਵਿਅਰਥ ਹੀ ਸੁਣਾਉਂਦੇ ਹਨ। ਬਕੈ ਤੂਫਾਨ, ਤੂਫਾਨ ਤੋਂ ਭਾਵੇਂ ਉਹ ਵਿਅਰਥ ਦੀਆਂ ਬਾਤਾਂ ਸੁਣਾ ਦੇਣੀਆਂ ਜਿਨ੍ਹਾਂ ਵਿੱਚ ਕੋਈ ਮਾਇਨੇ ਨਹੀਂ ਹਨ। ਗਨੈ ਗਨ ਮੂੜਾ ਭਾਵ ਸਾਰੇ ਦੇ ਸਾਰੇ ਮੂਰਖ ਇਕੱਤਰ ਹੋ ਕਰਕੇ ਔਰੰਗਜ਼ੇਬ ਕਹਿ ਰਿਹਾ ਵੀ ਇਹ ਐਸੀਆਂ ਬਾਤਾਂ ਸੁਣਾਉਂਦੇ ਹਨ ਜਿਨ੍ਹਾਂ ਵਿੱਚ ਕੋਈ ਤੱਥ ਦੀ ਬਾਤ ਨਹੀਂ ਹੈ ਜੀ। ਇਨੈ ਚਲਾਵੋ ਰਾਹ ਖੁਦਾਏ। ਤੇ ਮੈਂ ਚਾਹੁੰਦਾ ਵੀ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਰਸਤੇ ਤੋਂ ਵਰਜ ਕੇ ਭਾਵ ਇਸ ਮੱਤ ਤੋਂ ਹਟਾ ਕਰਕੇ ਤੇ ਇਹਨਾਂ ਨੂੰ ਇੱਕ ਖੁਦਾ ਦੇ ਰਸਤੇ ਤੇ ਤੋਰਿਆ ਜਾਵੇ। ਤੇ ਖੁਦਾ ਦੇ ਰਸਤੇ ਤੇ ਤੋਰਨ ਦੇ ਲਈ ਜਿਹੜਾ ਮੁੱਖ ਧਰਮ ਉਸਨੇ ਚੁਣਿਆ ਹੈ ਉਹ ਹੈ ਇਸਲਾਮ ਬਾਦਸ਼ਾਹ ਵੱਲੋਂ। ਸੋ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਮੈਂ ਇਸ ਕਰਕੇ ਕਰ ਰਿਹਾ ਕਿ ਮੈਂ ਇਹਨਾਂ ਨੂੰ ਖੁਦਾ ਦੇ ਰਸਤੇ ਤੇ ਤੋਰਨਾ ਚਾਹੁੰਦਾ, ਭਾਵ ਇਸਲਾਮੀ ਬਣਾਉਣਾ ਚਾਹੁੰਦਾ ਹਾਂ ਜੀ। ਦੋ ਚੱਕ ਗਿਰਤੇ ਲਿਹੋ ਬਚਾਏ। ਤੇ ਬੜੇ ਤਰੀਕੇ ਨਾਲ ਕਹਿਣ ਲੱਗਾ ਮੈਂ ਤਾਂ ਇਹਨਾਂ ਨੂੰ ਦੋਜ਼ਖ ਦੀ ਅੱਗ ਤੋਂ ਬਚਾਉਣਾ ਚਾਹੁੰਦਾ। ਇਸਲਾਮ ਦੇ ਵਿੱਚ ਨਾ ਦੋਜ਼ਖ ਦੀ ਅੱਗ ਜਿਵੇਂ ਆਪਾਂ ਕਹਿ ਦਿੰਦੇ ਨਾ, ਸਨਾਤਨੀ ਮਤ ਵਿੱਚ ਜਿਵੇਂ ਕਹਿੰਦੇ ਨਰਕਾਂ ਦੇ ਧੱਕੇ, ਨਰਕ ਦਾ ਦੁੱਖ, ਉਵੇਂ ਇਸਲਾਮ ਵਿੱਚ ਕਹਿੰਦੇ ਨੇ ਦੋਜ਼ਖ। ਦੋਜ਼ਖ ਦੀ ਅੱਗ ਭਾਵ ਜਦੋਂ ਕੋਈ ਜੀਵ ਸਰੀਰ ਛੁੱਟਣ ਤੋਂ ਬਾਅਦ ਸਹਿ ਕਸ਼ਟ ਭੋਗਦਾ ਹੈ ਉਹਨੂੰ ਕਿਹਾ ਜਾਂਦਾ ਦੋਜ਼ਖ ਦੀ ਅੱਗ। ਤੇ ਇਹ ਜਨਮ ਮਰਨ ਤੋਂ ਉਪਰੰਤ ਜਦੋਂ ਜੀਵ ਆਤਮਾ ਦੁੱਖ ਪਾਉਂਦੀ ਹੈ ਉਹਨੂੰ ਇਸਲਾਮੀ ਕਹਿੰਦੇ ਨੇ ਵੀ ਦੋਜ਼ਖ ਦੀ ਅੱਗ ਵਿੱਚ ਸੜਨਾ। ਇਸਲਾਮ ਦੇ ਅੰਦਰ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ, ਮਹਾਰਾਜ ਮੈਂ ਤੇ ਇਹਨਾਂ ਨੂੰ ਦੋਜ਼ਖ ਦੀ ਅੱਗ ਤੋਂ ਬਚਾਉਣਾ ਚਾਹੁੰਦਾ, ਭਾਵੇਂ ਦੋਜ਼ਖ ਵਿੱਚ ਨਾ ਜਾਣ, ਨਰਕ ਦੇ ਦੁੱਖ ਨਾ ਭੋਗਣ, ਇਸ ਲਈ ਹੁਣ ਹੀ ਆਪਣੇ ਮਜ਼ਹਬ ਦੀਨ ਵਿੱਚ ਕਾਮਯਾਬ ਹੋ ਜਾਣ, ਇਸਲਾਮੀ ਹੋ ਕਰਕੇ ਮੁਕਤ ਹੋ ਜਾਣ। ਓਹੋ ਦੀਨ ਮੈਂ ਕਲਮਾ ਕਹੈ। ਜੇਕਰ ਇਸਲਾਮ ਵਿੱਚ ਆ ਕਰਕੇ ਤੇ ਇਸ ਮਤ ਦੇ ਅਨੁਸਾਰ ਕਲਮਾ ਪੜ੍ਹਨੀਆਂ ਸ਼ੁਰੂ ਕਰ ਦਿੰਦੇ ਹਨ, ਚਲੈ ਸਰਾ ਮੈਂ ਨੇਕੀ ਲਹੈ। ਫਿਰ ਇਹ ਵੀ ਸਾਡੇ ਮੁਸਲਮਾਨਾਂ ਵਾਂਗ ਸ਼ਰ੍ਹਾ ਵਿੱਚ ਤੁਰਨਗੇ, ਸਾਡੇ ਮੁਸਲਮਾਨਾਂ ਵਾਂਗ ਕਲਮਾ ਪੜ੍ਹਨਗੇ, ਨਮਾਜ਼ਾਂ ਪੜ੍ਹਨਗੇ, ਰੋਜ਼ੇ ਰੱਖਣਗੇ, ਸ਼ਰ੍ਹਾ ਦੇ ਧਾਰਨੀ ਹੋਣਗੇ ਤੇ ਨੇਕ ਮਨੁੱਖ ਬਣਨਗੇ। ਉਹਦੇ ਕਹਿਣ ਤੋਂ ਭਾਵ ਹੈ ਵੀ ਹੁਣ ਇਹ ਨੇਕ ਨਹੀਂ ਨੇ ਤੇ ਇਹ ਨੇਕ ਜਿਹੜੇ ਨੇ ਇਹਨਾਂ ਨੂੰ ਮੈਂ ਬਣਾਵਾਂਗਾ। ਅਸਲ ਵਿੱਚ ਗੁਰਮੁਖੋ ਤੱਥ ਪਤਾ ਕੀ ਹੈ, ਇੱਥੇ ਕਈ ਬਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਜੇਕਰ ਅਸੀਂ ਧਰਮ ਦੀ ਬਾਤ ਕਰਾਂਗੇ ਨਾ, ਔਰੰਗਜ਼ੇਬ ਸੱਚਮੁੱਚ ਧਰਮੀ ਹੈ ਤੇ ਇਹ ਤੇ ਉਹਦੇ ਜੀਵਨ 'ਚ ਕੋਈ ਨੇੜੇ ਦੀ ਬਾਤ ਹੀ ਨਹੀਂ ਹੈ। ਧਰਮ ਤਾਂ ਉਹਦੇ ਜੀਵਨ 'ਚ ਬਿਲਕੁਲ ਵੀ ਨਹੀਂ ਹੈ। ਜਿਸ ਦਿਨ ਤੋਂ ਤਖਤ ਤੇ ਬੈਠਾ ਇਤਿਹਾਸ ਵਿੱਚ ਆਪਾਂ ਪੜ੍ਹਦੇ ਸੁਣਦੇ ਆਉਂਦੇ ਹਾਂ, ਸਭ ਤੋਂ ਪਹਿਲਾਂ ਉਸਨੇ ਆਪਣੇ ਪਿਤਾ ਨੂੰ ਕੈਦ ਕੀਤਾ, ਭਰਾਵਾਂ ਦਾ ਕਤਲ ਕੀਤਾ, ਹੋਰ ਬਹੁਤ ਸਾਰੇ ਐਸੇ ਕਾਜੀ ਮੌਲਾਣੇ ਜਾਂ ਸਮੇਂ ਦੇ ਕੁਝ ਪੀਰ ਜਿਨ੍ਹਾਂ ਨੂੰ ਕਤਲ ਕਰਕੇ ਉਹ ਇੱਥੋਂ ਤੱਕ ਪਹੁੰਚਿਆ। ਉਸ ਤੋਂ ਬਾਅਦ ਫਿਰ ਉਹਨੇ ਦੂਸਰੇ ਧਰਮ ਦੇ ਨਾਲ ਈਰਖਾਬਾਜ਼ੀ ਕਰਕੇ ਉਹਨਾਂ ਧਰਮਾਂ ਦੇ ਸਾਰੇ ਸਥਾਨਾਂ ਦਾ ਨਾਸ਼ ਕਰਨਾ ਸ਼ੁਰੂ ਕੀਤਾ। ਇਹ ਸਾਰੇ ਕੌਤਕ ਵੇਖ ਕਰਕੇ ਇਹ ਪਤਾ ਲੱਗਦਾ ਵੀ ਔਰੰਗਜ਼ੇਬ ਦੇ ਜੀਵਨ ਵਿੱਚ ਧਰਮ ਵਾਲੀ ਤੇ ਕੋਈ ਬਾਤ ਹੀ ਨਹੀਂ ਸੀ। ਫਿਰ ਉਹ ਇਹ ਸਭ ਡੰਬਰ ਕਿਉਂ ਰਚ ਰਿਹਾ? ਕਾਰਨ ਕੀ ਹੈ? ਅਸਲ ਵਿੱਚ ਰਾਜਨੀਤੀ ਦਾ ਇੱਕ ਵੱਖਰਾ ਧਰਮ ਹੈ। ਉਹ ਕੀ ਧਰਮ ਹੈ? ਰਾਜਨੀਤੀ ਹਮੇਸ਼ਾ ਆਪਣੀ ਇੱਕ ਵੱਖਰੀ ਹਮਾਇਤ ਬਣਾਉਣਾ ਚਾਹੁੰਦੀ ਹੈ, ਇੱਕ ਵੱਖਰਾ ਇਕੱਠ ਚਾਹੁੰਦੀ ਹੈ। ਭਾਵ ਜਿਹੜਾ ਬਾਦਸ਼ਾਹ ਬਣਦਾ ਉਹ ਚਾਹੁੰਦਾ ਵੀ ਮੇਰੇ ਮਗਰ ਇੰਨਾ ਵੱਡਾ ਇਕੱਠ ਹੋਵੇ ਵੀ ਇਸ ਤਖਤ ਤੋਂ ਮੈਨੂੰ ਹਿਲਾਉਣ ਵਾਲਾ ਕੋਈ ਨਾ ਹੋਵੇ। ਉਹਦੇ ਕੋਲ ਕੋਈ ਦੂਜਾ ਰਸਤਾ ਹੈ ਨਹੀਂ। ਧਾਰਮਿਕ ਦਾ ਤਾਂ ਉਹ ਕੇਵਲ ਵਿਖਾਵਾ ਕਰ ਰਿਹਾ, ਕਿਉਂਕਿ ਜੇ ਸੱਚਮੁੱਚ ਧਾਰਮਿਕ ਹੁੰਦਾ ਫਿਰ ਜਦੋਂ ਅਸੀਂ ਜ਼ਫਰਨਾਮੇ ਦੇ ਬੋਲ ਪੜ੍ਹਦੇ ਹਾਂ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਰਚਨਾ ਵਿੱਚ ਲਿਖੇ ਸਨ, ਮਹਾਰਾਜ ਨੇ ਤਾਂ ਉਹਨੂੰ ਕਹਿ ਦਿੱਤਾ ਸੀ, ਨਾ ਈਮਾ ਪ੍ਰਸਤੀ ਨਾ ਉਜਾਏ ਦੀ, ਨਾ ਮੁਹੰਮਦ ਸਨਾਸੀ ਨਾ ਸਾਹਿਬ ਯਕੀਨ। ਤੇਰੇ ਵਿੱਚ ਤਾਂ ਨਾ ਕੋਈ ਇਮਾਨ ਦੀ ਗੱਲ ਹੈ, ਨਾ ਕੋਈ ਦੀਨ ਦੀ ਗੱਲ ਹੈ, ਨਾ ਸਾਹਿਬ ਤੇ ਯਕੀਨ ਹੈ, ਨਾ ਤੇਰਾ ਇਮਾਨ ਸਾਬਤ ਹੈ। ਤੂੰ ਕਿੱਧਰ ਦਾ ਧਰਮੀ ਹੈ ਪੁਰਖਾ? ਇਸ ਲਈ ਉਹ ਕੇਵਲ ਤੇ ਕੇਵਲ ਆਪਣੀ ਜਮਾਤ ਨੂੰ ਵਧਾ ਕਰਕੇ ਸਦੀਵ ਕਾਲ ਲਈ ਆਪਣਾ ਤਖਤ ਬਚਾਉਣਾ ਚਾਹੁੰਦਾ, ਬਸ ਹੋਰ ਕੁਝ ਨਹੀਂ ਇਸ ਤੋਂ ਵੱਧ ਕੇ। ਤੇ ਇਹ ਸਭ ਕੁਝ ਕਰਨ ਦੇ ਲਈ ਉਹ ਨਵੇਂ ਤੋਂ ਨਵੇਂ ਇਉਂ ਕਹਿ ਲਈਏ ਕਾਰਨਾਮੇ ਕਰ ਰਿਹਾ। ਤੇ ਹੁਣ ਜੋ ਕਾਜੀ ਮੁਲਾਣਿਆਂ ਨਾਲ ਮਿਲ ਕੇ ਉਸਨੇ ਕੰਮ ਸ਼ੁਰੂ ਕੀਤਾ ਵੀ ਇਸ ਧਰਤੀ ਤੇ ਦੂਜਾ ਧਰਮ ਹੀ ਖਤਮ ਕਰ ਦਿਓ, ਵਿਰੋਧਤਾ ਆਪੇ ਹੀ ਮੁੱਕ ਜਾਵੇਗੀ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਹੋ ਕਰਕੇ ਕਹਿਣ ਲੱਗਾ, ਮਹਾਰਾਜ ਮੈਂ ਚਾਹੁੰਦਾ ਵੀ ਇੱਥੇ ਕੋਈ ਦੂਜਾ ਧਰਮ ਨਾ ਹੋਵੇ, ਇਸਲਾਮੀ ਹੋਣ, ਸ਼ਰ੍ਹਾ ਪੜ੍ਹਨ, ਰੋਜ਼ੇ ਰੱਖਣ, ਕੁਰਾਨ ਪੜ੍ਹਨ,
ਤੇ ਇਹ ਦੋਜਕ ਦੀ ਅੱਗ ਤੋਂ ਬਚਨ ਚੱਲੈ ਸ਼ਰ੍ਹਾ ਮਹਿ ਨੇਕੀ ਲਹੈ, ਤੇ ਸ਼ਰ੍ਹਾ ਵਿੱਚ ਚੱਲ ਕਰਕੇ ਨੇਕੀ ਭਾਵ ਸ਼ੁਭ ਅਮਲਾਂ ਨੂੰ ਪ੍ਰਾਪਤ ਹੋਣਾ। ਰੋਜੇ ਈਦ ਨਵਾਜ ਕੁਰਾਨ, ਜੋ ਇਸ ਧਰਮ ਦੇ ਮੁੱਖ ਕਰਮ ਨੇ, ਜਿਵੇਂ ਇਸਲਾਮ ਦੇ ਵਿੱਚ ਰੋਜ਼ਾ ਰੱਖਣਾ, ਈਦ, ਨਮਾਜ਼ਾਂ ਪੜ੍ਹਨੀਆਂ ਜਾਂ ਕੁਰਾਨ, ਇਹ ਇਸ ਧਰਮ ਦੇ ਪ੍ਰਮੁੱਖ ਕਰਮ ਹਨ। ਇਨਕੋ ਧਾਰੈ ਸਾਥ ਈਮਾਨ, ਇਹਨਾਂ ਨੂੰ ਈਮਾਨ ਦੇ ਨਾਲ ਆਪਣੇ ਜੀਵਨ ਵਿੱਚ ਧਾਰਨ ਕਰ ਲੈਣ। ਹੁਣ ਇੱਥੇ ਇੱਕ ਸੱਚ ਇਹ ਵੀ ਹੈ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਕਹਿ ਰਿਹਾ ਈਮਾਨ ਨਾਲ ਰੋਜ਼ੇ ਰੱਖਣ, ਤੇ ਜੇਕਰ ਅਸੀਂ ਗੁਰਮਤ ਦੀ ਦ੍ਰਿਸ਼ਟੀ ਵਿੱਚ ਵੇਖਾਂਗੇ ਨਾ, ਤੇ ਜਿਵੇਂ ਇਹ ਔਰੰਗਜ਼ੇਬ ਕਹਿ ਰਿਹਾ ਵੀ ਇਹ ਨਮਾਜ਼ ਗੁਜ਼ਾਰਨ, ਕੁਰਾਨ ਪੜ੍ਹਨ, ਇਹ ਸਭ ਕੁਝ ਔਰੰਗਜ਼ੇਬ ਦੇ ਆਪਣੇ ਜੀਵਨ ਵਿੱਚ ਵੀ ਨਹੀਂ ਹੈ। ਕਿਉਂਕਿ ਗੁਰਮਤ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਨਮਾਜ਼ ਦੀ ਵਿਆਖਿਆ ਕਰ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਨਮਾਜ਼ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਕਰਕੇ ਗਏ ਨੇ, ਔਰੰਗਜ਼ੇਬ ਦੇ ਤਾਂ ਜੀਵਨ ਵਿੱਚ ਕਿਤੇ ਨੇੜਿਓਂ ਦੂਰੋਂ ਦਿਸਦੀ ਨਹੀਂ ਹੈ। ਮਹਾਰਾਜ ਜੀ ਨੇ ਬਹੁਤ ਸੁੰਦਰ ਵਿਆਖਿਆ ਕੀਤੀ ਹੈ ਨਮਾਜ਼ੀ ਦੀ। ਕੀ ਹੈ ਮਹਾਰਾਜ ਨੇ ਕਿਹਾ? ਜਿਹੜਾ ਨਮਾਜ਼ ਪੜ੍ਹਦਾ ਹੈ ਨਾ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਕਰ, ਪੰਜਵੀਂ ਸਿਫਤ ਸੁਣਾਏ। ਆਹ 5 ਨਮਾਜ਼ਾਂ ਨੇ ਤੇਰੀਆਂ ਜੇ ਤੂੰ ਪੱਕਾ ਮੁਸਲਮਾਨ ਹੈ। ਜੇ ਤੇਰੇ ਅੰਦਰ ਕਲਮਾਂ ਦੀ ਰਹਿਤ ਹੈ ਤੇ ਆਹ ਕੋਈ ਤੇਰੇ ਜੀਵਨ ਵਿੱਚ ਹੋਣਾ ਚਾਹੀਦਾ। ਹੁਣ ਔਰੰਗਜ਼ੇਬ ਦੇ ਆਪਣੇ ਜੀਵਨ ਵਿੱਚ ਇਹ ਸਭ ਨਹੀਂ ਹੈ। ਸੋ ਇਸ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਹੋ ਕਰਕੇ ਇਉਂ ਇਹ ਬਾਤਾਂ ਤੇ ਕਰ ਰਿਹਾ ਸੀ, ਲੇਕਿਨ ਜਾਣੀ ਜਾਣ ਸਤਿਗੁਰੂ ਸਭ ਕੁਝ ਵੇਖ ਰਹੇ ਸਨ, ਸੁਣ ਰਹੇ ਸਨ ਤੇ ਜਾਣ ਵੀ ਰਹੇ ਸਨ ਵੀ ਇਹ ਸਭ ਕੁਝ ਤੇ ਇਹਦੇ ਆਪਣੇ ਪਾਸ ਹੈ ਹੀ ਨਹੀਂ। ਜੋ ਕੁਝ ਇਹ ਕਹਿ ਰਿਹਾ ਹੈ, ਜਿਸ ਧਰਮ ਨੂੰ ਪ੍ਰਚਾਰਨ ਤੇ ਜ਼ੋਰ ਲਾ ਰਿਹਾ, ਸੱਚਮੁੱਚ ਆਪ ਉਹਦੇ ਵਿੱਚ ਪਰਪੱਕ ਨਹੀਂ ਹੈ। ਤੇ ਕੋਈ ਵੀ ਧਰਮ ਉਦੋਂ ਤੱਕ ਪ੍ਰਚਾਰਿਆ ਨਹੀਂ ਜਾ ਸਕਦਾ ਜਦੋਂ ਤੱਕ ਮਨੁੱਖ ਕੋਲ ਉਹਦੀ ਆਪਣੇ ਪਾਸ ਉਹਦੀ ਰਹਿਤ ਬਹਿਤ ਨਾ ਹੋਵੇ। ਉਦੋਂ ਤੱਕ ਕੇਵਲ ਅਡੰਬਰ ਬਣ ਕੇ ਰਹਿ ਜਾਂਦਾ। ਸੋ ਇਸ ਵੇਲੇ ਜਿਵੇਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੀ ਬਾਤ ਸੁਣ ਕੇ ਤੇ ਇਹਨੂੰ ਅੱਗੋਂ ਜਵਾਬ ਦਿੱਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਫਿਰ ਜਿਵੇਂ ਇਹਦੀ ਵਿਰੋਧਤਾ ਵੱਧਦੀ ਗਈ, ਕਿਉਂਕਿ ਜੋ ਕੁਝ ਵੀ ਇਹ ਕਹਿੰਦਾ ਮਹਾਰਾਜ ਸੱਚ ਪ੍ਰਗਟ ਕਰਕੇ ਰੱਖ ਦਿੰਦੇ ਨੇ। ਅਖੀਰ ਮਹਾਰਾਜ ਜੀ ਨੂੰ ਕਿ ਸੀਸ ਕਲਮ ਕਰਨ ਦਾ ਇਸਨੇ ਹੁਕਮ ਦਿੱਤਾ। ਸੋ ਸਾਰਾ ਜਿਹੜਾ ਹਵਾਲਾ ਹੈ ਉਹ ਵਿਸਤਾਰ ਸਹਿਤ ਇਹਨਾਂ ਸਾਖੀਆਂ ਵਿੱਚ ਅੰਕਿਤ ਹੈ। ਯਤਨ ਕਰਾਂਗੇ ਇਸੇ ਤਰ੍ਹਾਂ ਹੀ ਅਗਲੇਰੇ ਦੀਵਾਨਾਂ ਵਿੱਚ ਸਾਰੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ। ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਇੱਥੇ ਹੀ ਸਮਾਪਤੀ ਹੈ। ਹੁਣ ਗੁਰਬਾਣੀ ਦੇ ਕੀਰਤਨ ਹੋਣਗੇ। ਇਸੇ ਤਰ੍ਹਾਂ ਭਾਵਨਾ ਸਹਿਤ ਆਪਾਂ ਨੇ ਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਰੋਜੇ ਈਦ ਨਵਾਜ ਕੁਰਾਨ, ਇਨ ਮੈਂ ਧਰੈ ਸਾਥ ਈਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।